ਵੌਇਸ ਆਫ ਇੰਡੀਆ ਦੇ ਵਿੱਚ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਪੰਜਾਬੀ ਸੱਥ ਗੱਲਬਾਤ ਕਰਾਂਗੇ। ਮੈਂ ਤੇ ਮੇਰੇ ਨਾਲ ਨੇ ਗੁਰਨੰਦਰਪਾਲ ਜੀ। ਸਤਿ ਸ਼੍ਰੀ ਅਕਾਲ ਪਾਲ ਸਾਹਿਬ। ਸਤਿ ਸ਼੍ਰੀ ਅਕਾਲ ਭਾਜੀ, ਤੁਹਾਨੂੰ ਵੀ ਤੇ ਸਾਰੇ ਦਰਸ਼ਕਾਂ ਨੂੰ ਵੀ, ਕਿਉਂਕਿ ਇੰਨੇ ਪਿਆਰ ਨਾਲ, ਕਿਉਂਕਿ ਕਿ ਮਾਣ ਨਾਲ ਪੰਜਾਬੀ ਦਾ ਪ੍ਰੋਗਰਾਮ ਸੁਣਦੇ ਨੇ। ਕੀ ਬਾਤ ਹੈ। ਇਹ ਤੇਜ਼ੀ ਦੇ ਯੁੱਗ 'ਚ ਹਾਂਜੀ ਹਾਂਜੀ, ਜਦੋਂ ਕਿਸੇ ਕੋ ਵੇਰ ਹੀ ਨਹੀਂ। ਬਿਲਕੁਲ ਜੀ, ਤੇ ਤੇਜ਼ੀ ਤੇ ਕਰੇਜੀ, ਕਿਉਂਕਿ ਕਰੇਜੀ ਹੋ ਜਾਂਦੇ ਨਾ। ਠੀਕ ਠੀਕ। ਬਲ ਸਾਹਿਬ, ਅੱਜ ਜਿਹੜੀ ਮੈਂ ਗੱਲ ਸ਼ੁਰੂ ਤੁਹਾਡੇ ਕੋਲ ਕਰਾਉਣੀ ਚਾਹੁੰਦਾ, ਹਾਂਜੀ, ਉਹ ਇਹ ਹੈ ਕਿ ਸਾਰੀ ਦੁਨੀਆ ਨੂੰ ਸਮੇਤ ਤੁਸੀਂ ਵੀ ਸ਼ਾਇਦ ਬਿਲਕੁਲ ਬਿਲਕੁਲ ਬੜਾ ਚਾਅ ਹੁੰਦਾ। ਹਾਂਜੀ, ਬਾਹਰ ਜਾਣਾ ਬਾਹਰ ਜਾਣਾ ਬਾਹਰ ਜਾਣਾ। ਹਾਂਜੀ, ਮਨ ਕਿਉਂ ਭਰ ਜਾਂਦਾ ਛੇਤੀ? ਵੇਖੋ ਜੀ, ਮੈਂ ਪਿਛਲੀ ਵਾਰੀ ਵੀ ਜ਼ਿਕਰ ਕੀਤਾ, ਸ਼ਾਇਦ ਮੈਂ ਹਰ ਵਾਰੀ ਜ਼ਿਕਰ ਕਰਦਾ ਇਸ ਚੀਜ਼ ਦਾ, ਕਿ ਮਨ ਉਹ ਚੀਜ਼ ਆ ਜਿਹੜੀ ਕਦੀ ਕਿਤੇ ਨਹੀਂ ਟਿਕਦੀ। ਟਿਕਦਾ ਹੀ ਨਹੀਂ ਕਿਤੇ। ਟਿਕਦਾ ਹੀ ਨਹੀਂ ਜੀ। ਮਨ ਤੇ ਕਹਿੰਦਾ ਕਿ ਮੈਂ ਕਦੀ ਆਹ ਕਰ ਲਾਂ, ਮਨ ਮੈਂ ਕਹਿੰਦਾ ਕਦੀ ਆਹ ਕਰ ਲਾਂ, ਮਨ ਕਹਿੰਦਾ ਕਦੀ ਆਹ ਕਰ ਲਾਂ। ਜੇ ਮਨ ਦੇ ਅਸੀਂ ਵਸ 'ਚ ਆ ਜਾਈਏ ਫਿਰ ਤੇ ਮਨ ਤੇ ਦੇਵੀ ਦੇਵਤਿਆਂ ਦਾ ਵੀ ਡੋਲਿਆ, ਮਨ ਭਗਵਾਨਾਂ ਦਾ ਵੀ ਡੋਲਿਆ। ਮਨ ਤੇ ਹੈ ਨਾ, ਸਿਰਫ ਉਹਨਾਂ ਦਾ ਨਹੀਂ ਡੋਲਿਆ ਜਿਨ੍ਹਾਂ ਸਿੱਧੀਆਂ ਅੰਦਰ ਰੱਬ ਨਾਲ ਪ੍ਰੀਤਾਂ ਲਾਈਆਂ ਸੀਗੀਆਂ, ਉਹਨਾਂ ਦਾ ਨਹੀਂ ਡੋਲਿਆ। ਬਾਕੀ ਤੇ ਤਕਰੀਬਨ ਦੇਵੀ ਦੇਵਤਿਆਂ ਦੀਆਂ ਵੀ ਰੱਬ ਨਾਲ ਪ੍ਰੀਤਾਂ ਸੀ। ਭਗਵਾਨ ਤੇ ਖੁਦ ਭਗਵਾਨ ਸੀ। ਜੇ ਉਹਨਾਂ ਦਾ ਡੋਲ ਸਕਦਾ ਤਾਂ ਫਿਰ ਆਪਾਂ ਤੇ ਚੀਜ਼ ਹੀ ਕੋਈ ਨਹੀਂ। ਕਿਉਂਕਿ ਹਰ ਚੰਗੀ ਚੀਜ਼ ਵੇਖ ਕੇ ਸਾਡਾ ਮਨ ਹੁੰਦਾ ਵੀ ਇਹ ਸਾਡੀ ਹੋ ਜੇ। ਬਿਲਕੁਲ। ਤੇ ਉਸੇ ਤਰੀਕੇ ਨਾਲ ਜਦੋਂ ਅਸੀਂ ਪਾ ਲੈਨੇ ਉਸ ਚੀਜ਼ ਨੂੰ, ਫਿਰ ਸਾਨੂੰ ਲੱਗਦਾ ਵੀ ਇਹ ਤਾਂ ਕੋਈ ਖਾਸ ਨਹੀਂ, ਇਹ ਤੋਂ ਵਧੀਆ ਚੀਜ਼ ਵੇਖੋ। ਬਲ ਸਾਹਿਬ, ਅਸਲ 'ਚ ਪਤਾ ਕਿ ਮੈਂ ਗੱਲ ਕਿਉਂ ਕੀਤੀ? ਜਿਹੜੇ ਤਾਂ ਯੰਗ ਜਨਰੇਸ਼ਨ ਆਉਂਦੀ ਆ ਘਰੋਂ, ਹਾਂਜੀ, ਬਾਹਰਲੇ ਦੇਸ਼ਾਂ ਦੇ ਵਿੱਚ ਪੜ੍ਹਨ ਆਵੇ ਤੇ ਚਾਹੇ ਕੰਮ ਕਰਨ ਆਵੇ, ਬਿਲਕੁਲ, ਭਾਵੇਂ ਉਹ ਪੇਰੈਂਟਸ ਦੇ ਨਾਲ ਹੀ ਆਉਣ ਜੀ, ਉਹਨਾਂ ਨੂੰ ਤਾਂ ਇੱਕ ਨਵਾਂ ਚਾਅ ਜਿਹਾ ਹੁੰਦਾ। ਉਹ ਕਹਿੰਦੇ ਜੀ, ਉਹ ਪੁੱਛਦੇ ਹੋਰ ਬਾਈ ਕੀ ਹੋ ਰਿਹਾ? ਬਸ ਜੀ ਚਿਲਿੰਗ ਹੋ ਰਹੀ, ਖੁਸ਼ੀਆਂ ਬਾਰਾਂ ਬਹਿਜਾ ਕਰੀ ਜਾਂਦਾ। ਠੀਕ ਹੈ। ਉਹਨਾਂ ਕੋਲ ਲਫ਼ਜ਼ ਹੀ ਬੜੇ ਜਿਹੜੇ ਮੈਨੂੰ ਪਤਾ ਹੀ ਨਹੀਂ ਵੈਸੇ ਕੀ ਕਹਿੰਦੇ ਆ। ਚਿਲਿੰਗ ਇੱਕ ਲਫ਼ਜ਼ ਮੈਂ ਸੁਣਿਆ ਸੀ ਕਿਸੇ ਦੇ ਮੂੰਹ, ਤਾਂ ਮੈਂ ਜ਼ਿਕਰ ਕਰ ਲਿਆ। ਤੇ ਜਿਹੜੇ ਹੁੰਦੇ ਆ ਵੱਡੀ ਉਮਰ ਦੇ ਆਏ ਹੋਏ, ਜਿਹੜੇ ਸਮਝਦੇ ਆ ਕਿ ਯਾਰ ਸਾਡੀਆਂ ਜ਼ਿੰਮੇਵਾਰੀਆਂ ਇੱਥੇ ਆ ਕੇ ਵੱਧ ਗਈਆਂ। ਹਾਂਜੀ, ਘਰ ਮਹਿੰਗੇ ਲੈਣੇ ਪੈ ਗਏ, ਕਾਰਾਂ ਮਹਿੰਗੀਆਂ ਲੈਣੀਆਂ ਪੈ ਗਈਆਂ, ਕੰਮ ਅਜੇ ਬਹੁਤੇ ਚੰਗੇ ਹੈ ਨਹੀਂ, ਖਰਚੇ ਉੱਥੇ ਨਾਲੋਂ ਕਈ ਗੁਣਾ ਜ਼ਿਆਦਾ ਹੈਗੇ ਆ, ਕੰਮ ਸੂਤ ਜਿਹਾ ਹੀ ਨਹੀਂ ਆਉਂਦਾ, ਕਾਬੂ ਜਿਹਾ ਨਹੀਂ ਆਉਂਦਾ। ਬਿਲਕੁਲ ਜੀ। ਜਦੋਂ ਅਸੀਂ ਇੱਧਰੋਂ ਉੱਧਰ ਪੈਸੇ ਭੇਜਦੇ ਆ, ਉਦੋਂ ਸਾਨੂੰ ਲੱਗਦਾ ਵੀ ਅਸੀਂ ਕਮਾਈ ਕਰਦੇ ਆ। ਜਦੋਂ ਇੱਧਰ ਦਾ ਪੈਸਾ ਇੱਧਰ ਹੀ ਖਰਚਿਆ ਜਾਂਦਾ ਨਾ, ਫਿਰ ਲੱਗਦਾ ਵੀ ਕਮਾਈ ਨਹੀਂ ਹੋ ਰਹੀ, ਖਰਚਿਆ। ਉਹ ਜਿਹਦਾ ਵੈਸੇ ਕਹਿੰਦੇ ਸੀ, ਪੁਰਾਣੇ ਸਿਆਣੇ ਬੰਦੇ ਕਹਿੰਦੇ ਆ ਵੀ ਕਮਾਓ ਕੈਨੇਡਾ ਵਿੱਚ ਤੇ ਖਾਓ ਇੰਡੀਆ ਵਿੱਚ। ਖਾਓ ਇੰਡੀਆ 'ਚ। ਜੇ ਤੁਸੀਂ ਕਮਾਈ ਇੱਥੇ ਕਰਕੇ ਇੱਥੇ ਖਾਈ ਜਾਣੀ ਆ, ਫਿਰ ਤਾਂ ਤੁਸੀਂ ਇੰਡੀਆ ਨਾਲੋਂ ਤੁਹਾਡਾ ਹਾਲ ਭੈੜਾ ਹੀ ਹੋਊਗਾ। ਠੀਕ ਹੈ ਜੀ। ਉੱਥੇ 4 ਪੈਸੇ ਕੋਈ ਬਚਾ ਹੀ ਲੈਂਦਾ, ਇੱਥੇ ਬਚਦੇ ਬੁਝਦੇ ਹੈ ਨਹੀਂ। ਹਾਂਜੀ, ਬਿਲਕੁਲ। ਤੁਸੀਂ ਜੀ ਦੀ ਮਨ ਦੀ ਗੱਲ ਕੀਤੀ। ਮਨ ਹੁੰਦਾ ਜੀ, ਤੇ ਜੀ ਤੇ ਮੈਂ 4 ਲਾਈਨਾਂ ਲਿਖੀਆਂ ਸੀਗੀਆਂ। ਚਲੋ ਤੁਸੀਂ ਆ ਹੀ ਉਸ ਪਾਸੇ ਗਏ, ਜ਼ਿਆਦਾ ਵਧੀਆ ਜੀ। ਹੁਣ ਵੀ ਜੀ ਦਾ ਹੁਣ ਇਹੋ ਜਿਹੀ ਚੀਜ਼ ਹੈ ਕਿ ਇੱਕ ਜੀ ਕਰਦਾ ਤਰ੍ਹਾਂ ਸਮੁੰਦਰੀ। ਬੰਦੇ ਦਾ ਮਨ ਕਰਦਾ ਵੀ ਸਾਰਾ ਸਮੁੰਦਰ ਹੋਵੇ ਤੇ ਮੈਂ ਤਰ੍ਹਾਂ ਤੇ ਮਜ਼ਾ ਆ ਜਾਏ। ਹਾਂਜੀ। ਇੱਕ ਜੀ ਕਰਦਾ ਉੱਡਾਂ ਅੰਬਰੀ, ਅਸਮਾਨ 'ਚ, ਬਿਲਕੁਲ ਉੱਚਾ ਉੱਡਾਂ। ਕਈ ਵਾਰ ਬੰਦੇ ਰਾਤ ਸੁਪਨੇ ਚ ਉੱਡਦੇ ਵੀ ਜੀ, ਇਹ ਕਈ ਬੰਦੇ ਨੂੰ ਸੁਪਨੇ ਆਉਂਦੇ ਨੇ, ਮੈਂ ਵੀ ਉਹਨਾਂ ਚ ਦੇਖਿਆ। ਇੱਕ ਜੀ ਕਰਦਾ ਉੱਡਾਂ ਅੰਬਰੀ, ਕਦੀ ਮਨ ਚੰਦਰਾ ਨਾਸਤਿਕ ਹੋ ਜੇ। ਕਦੀ ਹੁੰਦਾ ਯਾਰ ਰੱਬ ਨੇ ਮੈਨੂੰ ਕੁਛ ਨਹੀਂ ਦਿੱਤਾ, ਮੈਂ ਆਪਣੀ ਮਿਹਨਤ ਨਾਲ ਕੀਤਾ। ਕਦੀ ਇਹ ਵੀ ਹੋ ਜਾਂਦਾ ਵੀ ਨਹੀਂ ਯਾਰ ਰੱਬ ਕੁਛ ਨਹੀਂ, ਕਿਉਂਕਿ ਅਲੱਗ-ਅਲੱਗ ਵਿਚਾਰ ਅਲੱਗ-ਅਲੱਗ ਸਮੇਂ ਤੇ ਇੱਕੋ ਬੰਦੇ ਚ ਆਉਂਦੇ ਆ। ਉਹਦੇ ਚੋਂ ਕਿਹੜੇ ਵਿਚਾਰ ਉਹਦੇ ਤੇ ਖੜ ਜਾਂਦੇ ਆ ਕੇ ਅੰਦਰ, ਉਹੋ ਜਿਹਾ ਬੰਦਾ ਹੋ ਜਾਂਦਾ। ਕਹਿੰਦੇ ਨੇ ਜੀ ਕੋਈ ਕੰਮ ਸਿੱਧਾ ਨਹੀਂ ਹੋਇਆ, ਅਸੀਂ ਰੱਬ ਦੇ ਮਾਂ ਮਾਰੇ। ਅਸੀਂ ਰੱਬ ਦੇ ਨਾਲੇ ਗਾਲ ਕੱਢਣ ਲੱਗਾ ਰੱਬ ਨੂੰ, ਅਸੀਂ 2 ਮਿੰਟ ਲਾਉਣੇ ਆ। ਉਹ ਕਿਸੇ ਨੇ ਕਿਹਾ ਸੀ ਨਾ ਕਿ ਰੱਬ ਤਾਂ ਬਣ ਗਈ ਭਾਜੀ ਸਬਜ਼ੀ, ਜਦੋਂ ਬੁਲਾ ਲਓ ਮੇਰੀ ਮਰਜ਼ੀ। ਮੈਂ ਤਾਂ ਉਦੋਂ ਹੀ ਯਾਦ ਕਰੂ ਜਦੋਂ ਰੱਬ ਕੋਈ ਦਿੰਦਾ। ਹਾਂਜੀ, ਇਹ ਹੁਣ ਮਨ ਦੀ ਗੱਲ ਹੈ ਜੀ ਸਾਰੀ। ਕਦੀ ਮਨ ਚੰਦਰਾ ਨਾਸਤਿਕ ਹੋ ਜੇ, ਕਦੀ ਭੱਜਿਆ ਫਿਰੇ ਮਸਜਿਦੀ ਮੰਦਰੀ, ਹਰ ਚੀਜ਼ ਨੂੰ ਮਲਦਾ। ਇਹ ਮਨ ਹੁੰਦਾ ਵੀ ਜਿਹੜੀ ਵੀ ਚੀਜ਼ ਦੁਨੀਆ 'ਚ ਮੇਰੀ ਹੋ ਜੇ। ਹਰ ਚੰਗੀ ਚੀਜ਼ ਨੂੰ ਮਲਦਾ, ਹਵਸ ਹਿਰਸ ਦੀ ਖੋਲ ਕੇ ਜਿੰਦਰੀ। ਵੀ ਉਹਦੀ ਇਹ ਜਿੰਦਰੀ ਉਦੋਂ ਆਟੋਮੈਟਿਕਲੀ ਖੁੱਲ ਜਾਂਦੀ ਜਦੋਂ ਕਿਸੇ ਦੀ ਚੀਜ਼ ਤੇ ਵੀ ਕਬਜ਼ਾ ਕਰਨਾ ਹੋਵੇ। ਮੇਰਾ ਮੇਰਾ ਤੇ ਬਸ ਮੇਰਾ, ਸਭ ਕੁਝ ਪਾਉਣ ਦੀ ਆਦਤ ਚੰਦਰੀ। ਆਇਆ ਦੇ ਲਈ ਹਰ ਥਾਂ ਨੱਚੇ, ਮਾਇਆ ਦੇ ਲਈ ਹਰ ਥਾਂ ਨੱਚੇ। ਕਿ ਪੈਸੇ ਲਈ ਤੇ ਬੰਦਾ ਸਭ ਕੁਝ ਕਰਦਾ, ਜਿਵੇਂ ਕਹਿੰਦੇ ਕਲਾਕਾਰ ਨੱਚਦੇ, ਸਾਰੇ ਨੱਚਦੇ ਪੈਸੇ ਲਈ। ਮੇਰਾ ਤੇ ਬਸ ਮੇਰਾ, ਸਭ ਕੁਝ ਪਾਉਣ ਦੀ ਆਦਤ ਚੰਦਰੀ। ਮਾਇਆ ਦੇ ਲਈ ਹਰ ਥਾਂ ਨੱਚੇ, ਜਿਵੇਂ ਨੱਚੇ ਕੋਠੇ ਦੀ ਕੰਜਰੀ। ਵਫਾ ਯਾਰ ਦੀ ਪਰਖਣ ਤੁਰਦਾ, ਬੇਈਮਾਨੀ ਦੀ ਹੱਥ ਲੈ ਖੰਜਰੀ। ਰਾਂਝਾ ਬਣ ਕੇ ਮੱਝਾਂ ਚਾਰੇ ਤੇ ਮਿਰਜ਼ਾ ਬਣ ਕੇ ਵੜ ਜੇ ਚੰਦਰੀ।
ਮਤਲਬ ਕਿ ਸੱਚਾ ਇਸ਼ਕ ਕਰਨ ਤੁਰਦਾ ਆ, ਹਾਂਜੀ। ਪਰ ਮਗਰੋਂ ਭਾਵੇਂ ਮਿਲ ਜੇ ਉਹਨੂੰ ਉੱਥੇ ਜਾਂਦੇ ਬੇਈਮਾਨ ਹੋ ਜੇ। ਕਈ ਵਾਰ ਹੁੰਦਾ ਕਿ ਅਸੀਂ ਹਜ਼ਾਰਾਂ ਰੁਪਈਆਂ ਤੇ ਬੇਈਮਾਨ ਨਹੀਂ ਹੁੰਦੇ, ਤੇ 10 ਦਾ ਨੋਟ ਹੁੰਦਾ ਤੇ ਅਸੀਂ ਪੈਰ ਰੱਖ ਲੈਂਦੇ ਆ। ਇਹ ਮਾਨਿਆ, ਦੂਜਾ ਨੇ ਵੇਖ ਲਿਆ ਆਪ ਚੱਕਣਾ, ਇਹ ਮਾਨਿਆ ਜੀ, ਮਾਨਿਆ। ਕਿਉਂਕਿ ਮਨ ਜਿਨ੍ਹਾਂ ਨੇ ਸਾਧ ਲਿਆ ਉਹ ਸਾਧ ਹੋ ਗਏ। ਕਹਿੰਦੇ ਜਿੰਨਾ ਮਨ ਸਾਧਿਆ ਉਹ ਸਾਧ। ਬਾਣੀ ਵਿੱਚ ਲਿਖਿਆ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਮਨ ਵੈਸੇ ਹੈ ਤਾਂ ਇਦਾਂ ਦੀ ਭਟਕਣੇ ਨੂੰ ਲੱਗੀ ਰਹਿੰਦੀ ਹੈ, ਬੰਦੇ ਨੂੰ ਵੀ ਤੜਪਾਉਂਦਾ ਹੀ ਹੈ। ਬਿਲਕੁਲ ਬਿਲਕੁਲ। ਬਾਕੀ ਦੀਆਂ ਲਾਈਨਾਂ 'ਚ ਵੀ ਹੁਣ ਮੈਂ ਤੁਹਾਨੂੰ ਦੱਸਦਾ, ਵੇਖੋ ਵੀ ਕਰਦਾ ਕੀ ਮਨ। ਆਂਦਾ ਚਾਰੇ ਪਾਸੇ ਲਾ ਕੇ ਗੁਣੀਆਂ। ਗੁਣੀਆਂ ਹੁੰਦਾ ਵੀ ਜਦੋਂ ਲੋਕੀ ਮਿਣਦੇ ਨੇ, ਜਦੋਂ ਮਿਸਤਰੀ ਮੇਜਰਮੈਂਟ ਕਰਦੇ ਤੇ ਲੈਵਲ ਕਰਦੇ ਮੇਜਰਮੈਂਟ। ਚਾਰੇ ਪਾਸੇ ਲਾ ਕੇ ਗੁਣੀਆਂ, ਜਿੱਤ ਕੇ ਰੱਖਣਾ ਸਾਰੀ ਦੁਨੀਆ। ਚਾਰੇ ਪਾਸੇ ਲਾ ਕੇ ਗੁਣੀਆਂ। ਮਨ ਹੁਣ ਆਦਾ ਕੀ ਕਹਿੰਦਾ, ਜਿੱਤ ਕੇ ਰੱਖ ਲਾਂ ਸਾਰੀ ਦੁਨੀਆ। 365 ਰਾਣੀਆਂ ਹੋਣ ਤੇ ਹੋਣ ਵੀ ਵੱਖ-ਵੱਖ ਦੇਸ਼ਾਂ ਚੋਂ ਚੁਣੀਆਂ। ਇਹ ਨਹੀਂ ਵੀ ਇੱਕ ਅੱਧੀ ਹੋਵੇ। ਹੁਣ ਮਨ ਦੀ ਵੇਖੋ ਕਿੱਥੋਂ ਤੱਕ ਪਹੁੰਚਾ ਅਵਸਥਾ ਵੇਖੋ ਸਿਰਾਂ ਲਾਤਾ ਹੁਣ ਕਹਿੰਦਾ ਕਿ ਸਕਾਚਾਂ ਵਾਈਨਾਂ ਵਿਸਕੀਆਂ ਹੋਣ ਕਈ ਪੋਣੀਆਂ ਪੁਣੀਆਂ। ਜਿਸ ਤਰ੍ਹਾਂ ਕਹਿੰਦੇ ਕਿ ਇੰਨੇ ਫਿਲਟਰਡ ਹੋਈ ਹੈ ਜੀ, ਇੰਨੇ ਫਿਲਟਰਡ ਹੋਈ ਆ। ਅੰਗਰੇਜ਼ੀ ਮੈਂ ਥੋੜੀ ਜਿਹੀ ਘੱਟ ਬੋਲਦਾ, ਪੰਜਾਬੀ ਜ਼ਿਆਦਾ ਪਿਆਰ ਕਰਦਾ ਜੀ। ਆਂਦਾ ਸਕਾਚਾਂ ਵਾਈਨਾਂ ਵਿਸਕੀਆਂ ਹੋਣ ਕਈ ਪੋਣੀਆਂ ਪੁਣੀਆਂ। ਇਹਨੇ ਸੁੱਖ ਬਲਦੇ ਹੋ ਜਾਵਣ, ਤ੍ਰਿਪਤ ਹੋਵੇ ਉਹਦੀ ਹਰ ਇੰਦਰੀ। ਆਂਦਾ ਇੱਕ ਜੀ ਕਰਦਾ ਤਰਾਂ ਸਮੁੰਦਰੀ, ਇੱਕ ਜੀ ਕਰਦਾ ਉੱਡ ਜਾ ਅੰਬਰੀ। ਕਦੀ ਮਨ ਜੀ ਕਰਦਾ ਨਾਸਤਿਕ ਹੋ ਜਾ, ਕਦੀ ਜੀ ਕਰਦਾ ਭੱਜ ਵੜ ਜਾ ਮੰਦਰੀ। ਇਹ ਮੈਨੂੰ ਤਾਂ ਦੱਸਿਓ ਜੀ ਬਾਲ ਸਾਹਿਬ, ਟੋਕ ਰਿਹਾ ਗੁਸਾਹੀ ਮਾਫ। ਹਾਂਜੀ, ਇਹ ਗੱਲਾਂ ਤੁਹਾਨੂੰ ਕਿੱਥੋਂ ਇੰਸਪੀਰੇਸ਼ਨ ਕਿੱਥੋਂ ਮਿਲਦੀ, ਉਤਸ਼ਾਹ ਕਿੱਥੋਂ ਮਿਲਦਾ ਤੁਹਾਨੂੰ? ਇਹ ਜਦੋਂ ਮੈਂ ਕੱਲ ਇੱਕ ਆਰਟਿਸਟ ਦੀ ਇੰਟਰਵਿਊ ਦੇਖੀ ਹੈ ਜੀ, GS ਪੀਟਰ। ਅੱਛਾ ਜੀ। ਉਸ ਬੰਦੇ ਨੇ ਕਦੀ ਗਾਣਾ ਗਾਇਆ ਸੀ, ਅਸੀਂ ਗੂੜੀਆਂ ਪ੍ਰੀਤਾਂ ਲੀਆਂ ਪਾ। ਤੇ ਉਹ ਅੱਜ ਕੱਲ ਬੰਦਾ ਟੀਚਰ ਹੈ। ਤੇ ਉਹ ਬੰਦੇ ਦੀ ਮੈਨੂੰ ਇਹੋ ਜਿਹੇ ਬੰਦੇ ਦੀ ਜੋ ਇੰਟਰਵਿਊ ਦੇਖੀ ਤੇ ਬੜਾ ਮਜ਼ਾ ਆਉਂਦਾ। ਉਹਨੇ ਦੱਸਿਆ ਸੀ, ਉਹਨੂੰ ਕਿਹਾ ਵੀ ਤੁਸੀਂ ਗਾਇਕੀ ਕਿਉਂ ਛੱਡਦੀ? ਕਹਿੰਦਾ ਮੇਰੇ ਮਨ ਨੂੰ ਤ੍ਰਿਪਤੀ ਉਦੋਂ ਆਉਂਦੀ ਕਿ ਮੈਂ ਕਵਿਤਾਵਾਂ ਜਾਂ ਚੰਗਾ ਲਿਟਰੇਚਰ ਪੜ੍ਹਾਂ। ਤੇ ਉਹਨੇ ਇੱਕ ਗੱਲ ਉਹਦੀ ਮੈਨੂੰ ਸਭ ਤੋਂ ਵਧੀਆ ਲੱਗੀ ਕਿ ਟੀਚਰ ਸਭ ਤੋਂ ਵੱਡਾ ਐਕਟਰ ਹੁੰਦਾ। ਜਿੰਨੇ ਛੋਟੇ ਬੱਚੇ ਤੋਂ ਲੈ ਕੇ ਵੱਡੇ ਬੱਚੇ ਸਭ ਨੂੰ ਸਮਝਾਉਣਾ। ਐਕਟਰ ਕੀ ਕਰਦੇ ਆ, ਤੁਹਾਨੂੰ ਅੱਜ ਕੱਲ੍ਹ ਡਾਇਰੈਕਟਰ ਵਗੈਰਾ ਸਾਰਿਆਂ ਦਾ ਸਹਾਰਾ ਹੁੰਦਾ, ਤੇ ਉਹ ਸਾਰਾ ਤੁਹਾਨੂੰ ਕਹਾਣੀ ਸਮਝਾ ਦਿੰਦੇ ਵੀ ਆਹ ਕਹਾਣੀ। ਹੁਣ ਉਹ ਵੇਖੋ ਜੀ, ਉਹ ਆਂਦਾ ਵੀ ਉਹਨੇ ਨਾਲ ਐਕਸਪ੍ਰੈਸ਼ਨ ਵੀ ਦੇਣੇ, ਜੇ ਉਹਨੇ ਕਹਿਣਾ ਊੜਾ ਊਠ ਉਹ ਮੂੰਹ ਨਾਲ ਬਣਦਾ ਐੜਾ ਅੰਬ। ਇੱਕ ਤਾਂ ਸਾਡੀ ਭਾਸ਼ਾ ਬੜੀ ਵਧੀਆ ਹੈ। ਐਵੇਂ ਲੋਕੀ ਦੂਜੀਆਂ ਭਾਸ਼ਾ ਨੂੰ ਤੁਰੇ ਫਿਰਦੇ, ਪੰਜਾਬੀ ਨਾਲ ਦੀ ਕੋਈ ਭਾਸ਼ਾ ਨਹੀਂ। ਇਹ ਉਹ ਦੁਨੀਆ ਦੀ ਭਾਸ਼ਾ ਜੀ ਜਿਹਦਾ ਕੋਈ ਵੀ ਸ਼ਬਦ ਬੋਲੋ ਤੇ ਤੁਹਾਡਾ ਮੂੰਹ ਆਟੋਮੈਟਿਕਲੀ ਐਕਟਰਾਂ ਵਰਗਾ ਬਣਦਾ। ਹੋ ਸਕਦਾ ਤਾਂ ਹੀ ਪੰਜਾਬੀ ਐਕਟਰ ਜ਼ਿਆਦਾ ਨੇ। ਠੀਕ ਹੈ। ਹਾਂਜੀ। ਤੇ ਇਹ ਉਹ ਫਿਰ ਗੱਲਾਂ ਫਿਰ ਜਦੋਂ ਇਹੋ ਜਿਹੀ ਸੁਣੀ ਦੀਆਂ ਨੇ, ਜਾਂ ਕੋਸ਼ਿਸ਼ ਕਰਿਆ ਕਰੋ ਵੀ ਜਿਸ ਤਰ੍ਹਾਂ ਮਸਕੀਨ ਸਾਹਿਬ ਨੂੰ ਸੁਣੋ, ਭਾਈ ਪਿੰਦਰਪਾਲ ਸਿੰਘ ਜੀ ਨੂੰ ਸੁਣੋ, ਜਾਂ ਜਿੰਨੇ ਵੀ ਸਾਡੇ ਪੰਜਾਬੀ ਦੇ ਨੇ ਉਹਨਾਂ ਨੂੰ ਸੁਣੋ। ਈਵਨ ਦੋ ਕਈ ਵਾਰ ਹਿੰਦੀ ਦੇ ਕੁਝ ਇਹੋ ਜਿਹੇ ਮਤਲਬ ਕਿ ਆਉਂਦੇ ਨੇ ਇਤਿਹਾਸਕਾਰ, ਉਹ ਵੀ ਸੁਣੋ। ਆਚਾਰੀਆ ਰਜਨੀਸ਼ ਦੀਆਂ ਕੁਝ ਚੀਜ਼ਾਂ ਸੁਣਿਆ ਕਰੋ, ਪਤਾ ਲੱਗਦਾ ਵੀ ਹਾਂ ਦੁਨੀਆ ਐ ਇੱਕ ਅੱਖ ਫੋੜਦਾ ਝਮਕ ਦੀ ਗੱਲ ਆ ਵੀ ਹੁਣੇ ਸਾਹ ਨਹੀਂ ਆਇਆ। ਕਹਿੰਦੇ ਨਾ ਵੀ ਆਦਮੀ ਦਾ ਮਤਲਬ ਇਹ ਕਿ ਆਦਮੀ ਦਮ ਆਇਆ ਤੇ ਆਦਮੀ, ਨਹੀਂ ਆਇਆ ਤੇ ਮਿੱਟੀ ਦੀ ਢੇਰੀ ਆ। ਤੇ ਇਸ ਕਰਕੇ ਜੀ ਕੁੱਲ ਦੁਨੀਆ ਦੇ ਸਵਾਦ ਮੈਂ ਚੱਖਾਂ। ਠੀਕ ਹੈ। ਹੁਣ ਅੱਗੋਂ ਬਹੁਤ ਅਜੇ ਮੁੱਕੀ ਨਹੀਂ ਜੀ ਗੱਲ। ਕਹਿੰਦਾ ਕੁੱਲ ਦੁਨੀਆ ਦੇ ਸਵਾਦ ਮੈਂ ਚੱਖਾਂ, ਸਭ ਕੁਝ ਹੋਵੇ ਸਭ ਮੈਂ ਤੱਕਾਂ। ਵੀ ਛੱਡਾਂ ਵੀ ਕੁਝ ਨਾ, ਜਿਹੜੇ ਪਾਸੇ ਮੈਂ ਚਾਹਾਂ ਸਭ ਕੁਝ ਤੱਕਾਂ। ਵੱਡਾ ਮਹਿਲ ਜਹਾਜ਼ ਤੇ ਕਾਰਾਂ, ਹੋਰ ਨੌਕਰ ਚਾਕਰ ਹੋਣ ਵੀ ਲੱਖਾਂ। ਵੀ ਵੱਡਾ ਮਹਿਲ ਹੋਵੇ, ਜਹਾਜ਼ ਕਾਰਾਂ ਸਭ ਕੁਝ ਨਾਲ ਨੌਕਰ। ਹੁਣ ਮਨ ਕੀ ਕਹਿੰਦਾ ਇਹਨਾਂ ਨੂੰ, ਕੋਈ ਨਾ ਮੇਰਾ ਦੁਸ਼ਮਣ ਹੋਵੇ, ਸਾਰਾ ਜੱਗ ਵਿਛਾਵੇ ਅੱਖਾਂ। ਹੁਣ ਮਨ ਤੇ ਇਹੋ ਕਹਿੰਦਾ ਵੀ ਮਨ ਤੇ ਕਦੇ ਕਿਹਾ ਵੀ ਯਾਰ ਮੇਰਾ ਦੁਸ਼ਮਣ ਹੋ ਜਾਵੇ। ਠੀਕ ਹੈ ਜੀ। ਵਾਲ ਕਾਲੇ ਤੇ ਸਦਾ ਜਵਾਨੀ, ਬਚਪਨ ਵਾਂਗੂ ਸਭ ਨੂੰ ਜੱਚਾਂ। ਇੱਕ ਬੰਦੇ ਦੀ ਇਹ ਬੜੀ ਖਾਸ ਹੁੰਦੀ ਵੀ ਮੇਰੇ ਵਾਲ ਕਾਲੇ ਰਹਿਣ ਤੇ ਜਵਾਨੀ ਵੀ ਸਦਾ ਰਹੇ ਤੇ ਮੈਂ ਬਚਪਨ ਨੂੰ ਸਾਰਿਆਂ ਨੂੰ ਜੱਚਾਂ। ਜਿਸ ਤਰ੍ਹਾਂ ਬੱਚੇ ਨੂੰ ਦੇਖੋ ਹਰ ਬੰਦਾ ਪਿਆਰ ਕਰਦਾ। ਠੀਕ ਹੈ ਜੀ। ਅੰਬਰੀ ਮੇਰੇ ਜਹਾਜ਼ ਉੱਡਣ ਤੇ ਬੇੜੇ ਮੇਰੇ ਚੱਲਣ ਸਮੁੰਦਰੀ। ਇੱਕ ਜੀ ਅਸੀਂ ਆ ਗੱਲ ਕੀਤੀ ਸੀ ਉਹ ਕਾਲਿਆਂ ਵਾਲੀ ਗੱਲ। ਉਹ 3 ਜਣੇ ਸੀਗੇ, 2 ਸਮਿੱਤਰ ਵਿਚਾਰੇ, ਤਿੰਨਾਂ ਦੇ ਰੰਗ ਮੇਰੇ ਵਾਂਗੂ ਪੱਕੇ। ਮੈਨੂੰ ਵੀ ਨਾਲੇ ਲਾ ਲਓ। ਉਹ ਕਿਆ ਕਰਨ ਯਾਰ, ਪਤਾ ਨਹੀਂ ਕਿਉਂ ਸਾਡੇ ਰੰਗ ਜਿਹੜੇ ਆ ਉਹ ਪੱਕੇ ਜਿਹੇ ਹੈਗੇ ਆ। ਗੋਰੇ ਕਿੱਦਾਂ ਦੇਖੋ ਦੁੱਧ ਚਿੱਟੇ ਹੈ। ਤੇ ਉਹ ਕਿਤੇ ਕੋਈ ਸਾਧੂ ਸੰਤ ਮਿਲ ਪਿਆ,
ਹਾਂਜੀ। ਉਹ ਕਹਿੰਦਾ ਭਾਈ ਤੁਸੀਂ, ਮੈਂ ਤੁਹਾਡੇ ਤੇ ਬੜਾ ਪ੍ਰਸੰਨ ਆ, ਹਾਂਜੀ। ਦੱਸੋ ਜੋ ਤੁਸੀਂ ਅੱਜ ਮੰਗੋ ਕਿ ਪੂਰਾ ਕਰਨਾ। ਹਾਂਜੀ। ਉਹਨੂੰ ਜੇ ਇੱਕ ਬੰਦਾ ਬੋਲਿਆ, ਕਹਿੰਦਾ ਵੀ ਇਹ ਆਪਦੇ ਵਰਗਾ ਰੰਗ ਕਰਦੇ ਮੇਰਾ ਚਿੱਟਾ, ਅੱਛਾ ਜੀ, ਗੋਰਾ ਕਰਦੇ। ਉਹ ਕਹਿੰਦਾ ਲੈ ਕਿਹੜਾ ਕੰਮ, ਉਹਨੇ ਮਾਰੀ ਚੁਟਕੀ, ਮੰਤਰ ਜਿਹਾ ਪੜਿਆ ਤੇ ਉਹ ਗੋਰਾ ਹੋ ਗਿਆ। ਹਾਂ ਤਥਾਸਤੂ। ਦੂਜੇ ਨੇ ਵੀ ਏਦਾਂ ਹੀ ਮੰਗ ਲਈ ਗੱਲ। ਹਾਂਜੀ। ਉਹ ਕਹਿੰਦਾ ਤੇਰੀ ਕੀ ਮੰਗ, ਕਹਿੰਦਾ ਮੈਨੂੰ ਵੀ ਗੋਰਾ ਕਰਦੇ ਯਾਰ, ਫੇਰ ਮਜ਼ਾ ਆਇਆ। ਹਾਂਜੀ। ਉਹ ਕਹਿੰਦਾ ਇਹ ਵੀ ਉਹਨੇ ਮੰਤਰ ਮਾਰਿਆ, ਉਹ ਵੀ ਗੋਰਾ ਹੋ ਗਿਆ। ਗੋਰਾ। ਤੀਜੇ ਨੂੰ ਪੁੱਛਿਆ ਭਾਈ ਤੂੰ ਦੱਸ ਦੇ, ਤੇਰੇ ਮਨ ਚ ਵੀ ਖਾਸ਼ ਹੈਗੀ ਹੈ? ਕਹਿੰਦਾ ਹੈਗੀ ਹੈ। ਕਹਿੰਦਾ ਇਹਨਾਂ ਦੋਨਾਂ ਨੂੰ ਕਾਲੇ ਕਰ ਦੇ। ਉਹਨੇ ਮਤਲਬ ਉਹ ਜਿਹੜੇ ਮਿੰਨਤਾਂ ਕਰਕੇ ਉਹ ਪਹਿਲਾਂ ਗੋਰੇ ਹੋਏ ਸੀ ਉਹ ਕਾਲੇ ਕਰਤੇ। ਇੱਕ ਦੱਸਿਓ ਬਲ ਸਾਹਿਬ, ਹਾਂਜੀ, ਆਮ ਤੌਰ ਤੇ ਲੋਕਾਂ ਦੇ ਉੱਤੇ ਦੋਸ਼ ਲੱਗਦੇ ਆ, ਠੀਕ ਹੈ ਜੀ, ਆਰਟਿਸਟਾਂ ਤੇ ਵੀ ਲੱਗਦੇ, ਮੈਂ ਤੁਹਾਡੇ ਤੇ ਨਹੀਂ ਗੱਲ ਲੈ ਕੇ ਆਉਂਦਾ, ਨਹੀਂ ਸਾਰੇ ਨਕਲ ਕਰਦੇ ਜੀ, ਇਹ ਨਕਲ ਮਾਰਦੇ ਆ, ਦੂਜੇ ਤੇ ਲਿਖਿਆ ਜਿਹੜਾ ਵਾ ਉਹ ਗਾਈ ਜਾਂਦੇ ਆ, ਜਾਂ ਆਪਦਾ ਨਾਂ ਵਿੱਚ ਘਸੋੜੀ ਜਾਂਦੇ ਆ। ਇਦਾਂ ਦੀ ਚਰਚਾ ਹੁੰਦੀਆਂ ਰਹੀਆਂ ਪਿੱਛੇ ਪਿੱਛੇ, ਕਹਿੰਦੇ ਲਾਉਂਦੇ ਆਰਟਿਸਟ ਜਿਹੜੇ ਆ ਉਹ ਲੋਕਾਂ ਨੇ ਕਟਹਿਰੇ 'ਚ ਖੜੇ ਕਰ ਲਏ। ਇਹ ਕੀ ਮਸਲਾ? ਇਹ ਚਰਚਾਵਾਂ ਉਦੋਂ ਤੋਂ ਹੀ ਹੁੰਦੀਆਂ ਜਦੋਂ ਤੋਂ ਲੋਕੀ ਲਿਖਦੇ ਆ। ਅਸਲ ਪਤਾ ਕੀ ਜੇ, ਹੁਣ ਸਾਡਾ ਸੱਭਿਆਚਾਰ ਇੱਕੋ ਆ, ਕੁਝ ਗੱਲਾਂ ਬੜੀਆਂ ਕਾਮਨ ਹੁੰਦੀਆਂ, ਇੱਕੋ ਹੁੰਦੀਆਂ ਨੇ, ਠੀਕ ਹੈ। ਉਹਨੂੰ ਕਿਸੇ ਨੇ ਪਲਟਾ ਕੇ ਇਸ ਤਰੀਕੇ ਨਾਲ ਲਿਖਤਾ, ਕਿਸੇ ਨੇ ਇਸ ਤਰੀਕੇ ਨਾਲ ਲਿਖਤਾ। ਜਿਵੇਂ ਪੰਜਾਬੀ ਚ ਅਸੀਂ, ਸਾਡੇ ਬਜ਼ੁਰਗ ਕਹਿੰਦੇ ਹੁੰਦੇ ਵੀ ਗਿਆਨ ਦੇ ਗਲ ਚ ਰੱਸਾ, ਜੇ ਇਹਨੂੰ ਮਰਜ਼ੀ ਖਿੱਚ ਲਓ। ਜਿਵੇਂ ਸਾਡੇ ਕੁਝ ਪਖੰਡਿਤ ਨਹੀਂ ਮੈਂ ਕਹਿ ਸਕਦਾ, ਸਾਡੇ ਪੁਰਾਤਨ ਬਾਬੇ ਵੀ ਇਸ ਤਰ੍ਹਾਂ ਹੀ ਕਰਦੇ ਹੁੰਦੇ ਸੀ, ਮਨਘੜਤ ਕਹਾਣੀਆਂ ਤਾਂ ਸੁਣਾਉਂਦੇ ਨੇ, ਮਨਘੜਤ ਕਹਾਣੀਆਂ। ਰੱਬ ਵਸ ਭਗਤਾਂ ਨੇ ਕੀਤਾ, ਪ੍ਰੀਤ ਦੀਆਂ ਪਾਗੇ ਡੋਰੀਆਂ, ਉਹ ਗੱਲ ਸੱਚੀ ਸੀ। ਪਰ ਉਹ ਤੋਂ ਬਾਅਦ ਜਿਹੜੀਆਂ ਉਹਦੇ ਵਿੱਚ ਕਥਾਵਾਂ ਜੋੜ ਦੇਣੀਆਂ ਆਪਣੇ ਆਪ ਹੀ, ਵੀ ਉਹ ਭਗਤ ਨੇ ਆਹ ਕਰਕੇ ਤੇ ਉਹ ਦਿਨੇ ਦੀਵਾ ਜਗਾਤਾ, ਹਵਾ 'ਚ ਦੀਵਾ ਜਗਾਤਾ, ਉਹ ਮਨਘੜਤ ਕਹਾਣੀਆਂ ਲੋਕਾਂ। ਇਹ ਚੀਜ਼ਾਂ ਸ਼ੁਰੂ ਤੋਂ ਚੱਲਦੀਆਂ ਆ, ਲੇਕਿਨ ਇਹ ਆ ਕਿ ਹੁੰਦਾ ਉਹ ਨਕਲ ਹੁੰਦੀ ਜਿਹੜੀ ਸੇਮ ਟੂ ਸੇਮ ਅਗਲੇ ਦੀ ਕਾਪੀ ਛੇਪ ਦੋ। ਲੇਕਿਨ ਜਿਵੇਂ ਮੈਂ ਚੰਦ ਲਾਈਨਾਂ ਲਿਖ ਕੇ ਵੀ ਲਿਆ ਕਿ ਕੋਈ ਵੀ ਬੰਦਾ, ਮੰਨ ਲਓ ਸਾਡੇ ਸੱਭਿਆਚਾਰ ਨੂੰ, ਕੋਈ ਕਹਿੰਦਾ ਕਿ ਸੱਭਿਆਚਾਰ ਬੜਾ ਵਧੀਆ, ਕੋਈ ਕਹਿੰਦਾ ਬਾਕਮਾਲ ਆ, ਕੋਈ ਕਹਿੰਦਾ ਖੂਬਸੂਰਤ ਆ। ਗੱਲ ਤਾਂ ਤਿੰਨਾਂ ਦੇ ਸਿਫਤ ਤੇ ਸੱਭਿਆਚਾਰ ਦੀ। ਹੁਣ ਬਾਕਮਾਲ ਵਾਲਾ ਕਹੇ ਜੀ ਉਹਨੇ ਖੂਬਸੂਰਤ ਵਾਲੇ ਨੇ ਮੇਰੀ ਨਕਲ ਮਾਰ ਲਈ ਹੈ, ਜਾਂ ਖੂਬਸੂਰਤ ਵਾਲਾ ਕਹੇ ਜੀ ਉਹਨੇ ਬੜਾ ਸੁੰਦਰ ਕਿਹਾ, ਉਹਨੇ ਮੇਰੀ ਨਕਲ ਮਾਰ ਲਈ। ਨਕਲ ਤੇ ਉਹ ਆ ਜੀ ਜਦੋਂ ਆਪਾਂ ਲੋਕਾਂ ਦੀ ਅਰਬੀ ਭਾਸ਼ਾ ਵਿੱਚ ਵਾੜ ਦਿੰਦੇ ਆ, ਮੁਕੱਦਸ ਤੇ ਜੇ ਉਹ ਸ਼ਬਦ ਵਾੜ ਕੇ ਵੀ, ਉਹ ਸਾਡੇ ਬਹੁਤੇ ਪੜ੍ਹਨ ਵਾਲੇ ਭੱਜੇ ਹੀ ਇਸੇ ਕਰਕੇ ਆ। ਸਾਡੇ ਚੰਗੇ ਭਲੇ ਗਾਇਕ ਨੇ, ਬੜੇ ਵਧੀਆ ਗਾਇਕ ਨੇ, ਉਹ ਨਾ ਇੰਨੇ ਜ਼ਿਆਦਾ ਅਰਬੀ ਫਾਰਸੀ ਲੋਕੀ ਸੁਣ ਲੈਂਦੇ ਆ, ਲੇਕਿਨ ਲੋਕਾਂ ਦਾ ਨਾ ਹੌਲੀ ਹੌਲੀ ਸੁਣਨ ਵਾਲੇ ਪਾਸੇ ਇੱਕ ਮਿਊਜ਼ਿਕ ਦੇ ਹਿਸਾਬ ਨਾਲ ਸੁਣ ਕੇ ਪਾਪੂਲਰਿਟੀ ਉਹ ਚੱਲ ਜਾਂਦਾ। ਇਹ ਜਿਹੜੇ ਸ਼ਬਦ ਤੁਸੀਂ ਦੱਸੇ ਆ ਹੁਣ, ਬਾਕਮਾਲ, ਹਾਂਜੀ, ਜਾਂ ਮੁਕੱਦਸ, ਇਹੋ ਜਿਹੇ ਸ਼ਬਦ ਜਿਹੜੇ, ਇਹ ਸ਼ਬਦ ਦੂਜੀਆਂ ਭਾਸ਼ਾਵਾਂ ਦੇ ਹੈਗੇ, ਸਾਡੀ ਆਮ ਬੋਲਚਾਲ ਦੇ ਵਿੱਚ ਨਹੀਂ ਹੈਗੇ। ਉਹ ਸਾਡੇ ਜੀ ਮਨਪ੍ਰੀਤ ਸਿੰਘ ਬਾਦਲ ਜਿਹੜੇ ਵਿੱਤ ਮੰਤਰੀ ਆ ਪੰਜਾਬ ਦੇ, ਉਹ ਜਦੋਂ ਕੱਲ ਪ੍ਰੈਸ ਕਾਨਫਰੰਸ ਕਰਨਾ ਸੁਣ ਰਿਹਾ ਸੀਗਾ, ਉਹ ਕਹਿੰਦੇ ਜੀ ਆਹ ਜਿਹੜੀ ਤੁਹਾਡੀ ਪੇ ਕਮਿਸ਼ਨ ਹੈਗਾ, ਇਹ 1 ਜਨਵਰੀ ਤੋਂ ਹੋਊਗਾ। ਉਹ ਯਕਮ ਕਿਹਨੂੰ ਪਤਾ ਜੀ, ਅੱਜ ਕੱਲ ਤੇ ਯਕਮ ਬੋਲੀ ਜਾਂਦੇ, ਪਹਿਲੀ ਜਨਵਰੀ ਨਹੀਂ ਕਹਿ ਸਕਦੇ, 1 ਜਨਵਰੀ ਵੀ ਕਹਿ ਸਕਦੇ। ਉਹ ਕਈ ਲੋਕੀ ਨਾ ਇਹ ਵਿਦਵਤਾ ਦਾ ਬੋਝ ਨਹੀਂ ਪਾਉਣ ਦੀ ਕੋਸ਼ਿਸ਼ ਹੁੰਦੀ ਕਈ ਵਾਰੀ। ਮੈਂ ਤੁਹਾਨੂੰ ਉਹੀ ਗੱਲ ਦੱਸਣ ਲੱਗਾ ਵੀ ਕਈ ਵਾਰ ਹੁੰਦਾ, ਅਸੀਂ ਲੋਕੀ ਆਪਣੇ ਆਪ ਦੀ ਵਿਦਵਾਨਤਾ ਜਿਹੜੀ ਹੈ ਨਾ, ਉਹਨੂੰ ਲੋਕਾਂ ਸਾਹਮਣੇ ਪੇਸ਼ ਕਰਨ ਲਈ ਅਸੀਂ ਅੰਦਰੋਂ ਇਹੋ ਜਿਹਾ ਸ਼ਬਦ ਲਾ ਕੇ ਲਿਆਉਣੇ ਆ, ਉਹ ਆਪਣੇ ਆਪ ਨੂੰ ਬੁਰਾ ਲੱਗ ਰਿਹਾ ਹੁੰਦਾ। ਉਹ ਕਿਸੇ ਨੇ ਕਹਿੰਦੇ ਕਿ ਪੁਰਾਤਨ ਸਮੇਂ ਦੀ ਗੱਲ ਆ, ਉਹ ਕਹਿੰਦਾ ਨਹੀਂ ਪਿਛੋਕੜ ਤੋਂ, ਉਹ ਬੰਦਾ ਪੁੱਛੇ ਯਾਰ ਪਿਛੋਕੜ ਪੁਰਾਤਨ ਉਹਦੋਂ ਜ਼ਿਆਦਾ ਢੁਕਦਾ ਆ। ਨਹੀਂ, ਸਮਾਂ ਤਾਂ ਪੁਰਾਤਨ ਹੀ ਹੁੰਦਾ, ਪੁਰਾਤਨ ਉਹ ਜ਼ਿਆਦਾ ਢੁਕਦਾ ਆ, ਤੂੰ ਪਿਛੋਕੜ ਤੋਂ ਲੈ ਕੇ ਹੁਣ ਤੱਕ ਦੀ ਗੱਲ ਆ, ਉਹ ਗੱਲ ਨਹੀਂ ਬਣੀ। ਹੁਣ ਹਾਂ ਯਕਮ ਜਿਹੜਾ ਗੱਲ ਬਣਦੀ ਨਹੀਂ ਗਈ ਅਸਲ ਚ। ਸਾਡੇ ਪੁਰਾਣੇ ਬਜ਼ੁਰਗ ਤਾਂ ਕਹਿੰਦੇ ਬਾਬੇ ਆਦਮ ਵੇਲੇ ਦੀਆਂ ਗੱਲਾਂ ਆ। ਉਹਨੇ ਕਹਿੰਦੇ ਕਿ ਵੀ ਉਹ ਬੰਦਾ ਸੀ ਬਾਹਲਾ ਫੱਕੜ, ਰਿਤ ਮਾਰਦਾ ਰਹਿੰਦਾ ਜੱਕੜ, ਹੁਣ ਇਹ ਜੱਕੜ ਹੀ ਮਾਰਨ ਤੇ ਆ ਗਏ ਨੇ ਸਾਡੇ ਮੰਤਰੀ ਇਹਨਾਂ ਦੀ। ਬਾਕੀ ਗੱਲ ਹੁਣ ਜਿਹੜੀ ਤੁਸੀਂ ਉਹ ਗੱਲ ਕੀਤੀ ਕਿ ਲੋਕੀ ਆਮ ਕਰ ਲੈਂਦੇ ਆ ਚੋਰੀ ਜਾਂ ਜੇ ਉਹੀ ਤਾਂ ਮੈਂ ਗੱਲ ਕਰਦਾ ਵੀ ਇਹ ਚੋਰੀ ਨਹੀਂ ਹੁੰਦੀ, ਇਹ ਹੁੰਦਾ ਇੱਕ ਹਿਸਾਬ ਨਾਲ ਕਿ ਆਪਾਂ ਕੁਝ ਕੁ ਚੀਜ਼ਾਂ ਨੂੰ ਕਿਸ ਤਰੀਕੇ ਨਾਲ ਲੈ ਕੇ ਚੱਲਦੇ ਆ, ਜਾਂ ਉਹਨਾਂ ਨੂੰ ਆਪਾਂ ਪੇਸ਼ ਕਿਵੇਂ ਕਰਦੇ ਆ, ਉਹਦੇ ਹਿਸਾਬ ਨਾਲ ਹੁੰਦਾ। ਨਹੀਂ, ਇਹ ਲਿਟਰੇਚਰ ਦੇ ਵਿੱਚ ਚੋਰੀ ਉਦਾਂ ਵੈਸੇ ਅਲਾਉਡ ਆ, ਜਾਂ ਗਾਇਕੀ ਵਿੱਚ ਕਹਿ ਲਓ, ਲਿਖਣੀ ਚ ਕਹਿ ਲਓ, ਜੇ ਤੁਸੀਂ ਚੰਗੇ ਪਾਸੇ ਲਈ ਕਰਦੇ ਜੇ ਨਾ ਕੰਮ। ਜਿਸ ਤਰ੍ਹਾਂ ਉਹ ਕਹਿੰਦੇ ਨਾ, ਜੇ ਕਿਸੇ ਦੀ ਜਾਨ ਬਚਾਉਣ ਲਈ ਝੂਠ ਬੋਲਿਆ ਜਾਂਦਾ ਤੇ ਉਹ ਸੱਚ ਨੂੰ ਚੰਗਾ। ਨਹੀਂ, ਲਿਟਰੇਚਰ ਨੇ, ਗਾਇਕੀ ਨੇ ਕੀ ਜਾਨ ਬਚਾਉਣੀ ਜੀ? ਗਾਇਕੀ ਤਾਂ ਮਨੋਰੰਜਨ ਦਾ ਸਾਧਨ ਆ। ਨਹੀਂ, ਉਸ ਗਾਇਕੀ ਦੀ ਤਾਂ ਮੈਂ ਗੱਲ ਹੀ ਨਹੀਂ ਨਾ ਕਰਦਾ ਜਿਹੜਾ ਤੁਸੀਂ ਮਨੋਰੰਜਨ ਦਾ ਸਾਧਨ ਹੁੰਦੇ ਵੀ ਉਹ
ਜਿਨ੍ਹਾਂ ਨੇ ਉਹ ਪਾਇਆ ਹੁੰਦਾ ਪਾਈ ਜੀਨ ਦੀ ਪੈਂਟ ਨਹੀਂ ਕਰਨਾ, ਜੇ ਤੂੰ ਆਹ ਪਾਇਆ ਤੇ ਤੇਰੀ ਜੁੱਤੀ ਆ ਨਹੀਂ ਤੇ ਤੇਰੇ ਕੁੜਤੀ ਆ ਨਹੀਂ, ਉਹਨੂੰ ਤਾਂ ਗੋਲੀ ਮਾਰੋ ਉਸ ਗਾਇਕੀ ਨੂੰ, ਤੇ ਉਹ ਹੈ ਹੀ ਕਾਪੀ ਆ, ਉਹ ਤੇ ਕਾਪੀ ਵੀ ਨਹੀਂ ਗਈ, ਉਹ ਤੇ ਕਾਪੀ ਦੀ ਵੀ ਦੁਰਦਸ਼ਾ ਆ। ਉਹ ਫਲਾਣੀਆਂ ਕਾਰਾਂ ਤੇ ਕਟੈਸਾ ਤੇ ਜੇ ਉਹ ਤੇ ਉਹ ਗਾਇਕੀ, ਉਹ ਲਿਟਰੇਚਰ ਕਿੱਥੇ ਉਹਨਾਂ 'ਚ? ਉਹ ਤੇ ਇੱਕ ਹੁੰਦਾ ਨਾ, ਇੱਕ ਬੰਦਾ ਹੁੰਦਾ ਮੈਂ ਚੋਰੀ ਕਰਦਾ, ਉਹ ਕਹਿੰਦਾ ਕਿਵੇਂ ਕਰਦਾ, ਉਹ ਕਹਿੰਦਾ ਯਾਰ ਇਸ ਤਰ੍ਹਾਂ ਕਰਕੇ ਘਰ ਨੂੰ ਸੰਨ ਲਾ ਕੇ ਇਸ ਤਰ੍ਹਾਂ ਕਰਕੇ ਅੰਦਰ ਵੜ ਜੀਦਾ। ਹੁਣ ਦੂਜੇ ਬੰਦੇ ਨੇ ਉਹਦੀ ਰੀਸ ਕੀਤੀ, ਉਹ ਚੋਰ ਸੀਗਾ ਜਿਹੜਾ ਉਹਨੂੰ ਦੱਸ ਰਿਹਾ ਕਹਾਣੀ, ਘਰ ਨੂੰ ਸੰਨ ਲਾਉਣੇ 2-3 ਵਾਰ ਮਾਰੇ, ਬੱਚੇ ਨੂੰ ਖੜਾ ਕਰ ਘਰ ਦੇ ਜਾ ਕੇ ਜੁੱਤੀ ਬੜੀ ਵਾਰੀ, ਕਹਿੰਦਾ ਯਾਰ ਤੂੰ ਤੇ ਦੱਸਿਆ ਇਸ ਤਰ੍ਹਾਂ ਕਰਕੇ ਚੋਰੀ ਕਰਦਾ, ਤਾਂ ਮੈਨੂੰ ਤਾਂ ਜੁੱਤੀ ਬੜੀ ਵਾਰੀ। ਕਹਿੰਦਾ ਭਾਈ ਇਹਦੇ ਲਈ ਸਿੱਖਣਾ ਪੈਂਦਾ, ਨਕਲ ਲਈ ਵੀ ਅਕਲ ਜ਼ਰੂਰੀ ਹੈ, ਬਿਲਕੁਲ। ਮਤਲਬ ਪਰ ਉਹ ਬੰਦੇ ਕਰਦੇ ਤੇ ਲੇਕਿਨ ਕਰਨ ਉਸ ਤਰੀਕੇ ਨਾਲ ਉਹਦੇ 'ਚ ਅਕਲ ਜ਼ਰੂਰ ਹੋਵੇ। ਮੈਂ ਦਰਸ਼ਕਾਂ ਨੂੰ ਚੰਦ ਲਾਈਨਾਂ ਦੱਸਦੇ ਹਾਂ, ਕਿਉਂਕਿ ਜ਼ਿੰਦਗੀ ਦੇ ਵਿੱਚ ਜੇ ਗਾਇਕੀ 'ਚ ਜਿਵੇਂ ਤੁਸੀਂ ਕਹਿੰਦੇ ਕਿ ਲਿਰਿਕਸ ਨੂੰ ਕਹਿ ਦਿੰਦੇ, ਸਹੀ ਗੀਤਕਾਰੀ ਕਹਿ ਦਿੰਦੇ ਆ, ਕਵਿਤਾਵਾਂ ਕਹਿ ਦਿੰਦੇ ਆ, ਉਹਦੇ ਲਈ ਲੋਕਾਂ ਨੂੰ ਥੋੜਾ ਜਿਹਾ ਆਸਾਨ ਪਤਾ ਲੱਗਦਾ ਵੀ ਨਕਲ ਖੋਰ ਬਥੇਰੇ ਫਿਰਦੇ, ਸਾਹਿਤ ਦੇ ਚੋਰ ਬਥੇਰੇ ਫਿਰਦੇ। ਕਿਉਂਕਿ ਗੁੱਸਾ ਕਿਸੇ ਨੂੰ ਕਰਨ ਵਾਲੀ ਗੱਲ ਨਹੀਂ, ਸਾਰੇ ਬੰਦੇ ਮਾਰਦੇ ਆ ਨਕਲ, ਸਾਰੇ ਸੁਣ ਕੇ ਬਥੇਰੇ ਗਏ ਅਸੀਂ, ਇੱਕ ਤੋਂ ਜ਼ਿਆਦਾ ਹੀ ਇਹਦਾ ਮਤਲਬ ਨਕਲ ਖੋਰ ਬਥੇਰੇ ਫਿਰਦੇ, ਸਾਹਿਤ ਦੇ ਚੋਰ ਬਥੇਰੇ ਫਿਰਦੇ। ਚੋਰ ਤਾਂ ਆਖਰ ਚੋਰ ਹੁੰਦੇ ਨੇ, ਕਿਉਂਕਿ ਚੋਰ ਹੁੰਦੇ ਨੇ ਹਨੇਰੇ ਫਿਰਦੇ। ਕਿਆ ਬਾਤ ਹੈ। ਕਿਉਂਕਿ ਚੋਰ ਕੋਈ ਵੀ, ਕਦੀ ਤੁਸੀਂ ਏਡਾ ਸਵਾਏ ਚਾਲ ਸੋਭਰਾਜ ਜਿਹੜੇ ਦੂਜੇ ਤੀਜੇ ਨੇ ਜਿਹੜੇ ਬਹੁਤ ਦੂਰਦਰਸ਼ੀ ਸੀਗੇ, ਉਹ ਤਾਂ ਤਕੜੇ ਨਸਰਬਾਜ਼ ਨੇ ਜਿੱਤਾਂ ਦੇ, ਚੋਰ ਕਦੀ ਦੂਰਦਰਸ਼ੀ ਨਹੀਂ ਹੁੰਦੇ। ਉਹਨਾਂ ਨੇ ਉਸ ਲਿਮਟ 'ਚ ਉਹ ਕੁਝ ਲਿਖਣਾ ਹੁੰਦਾ, ਉਹ ਤੋਂ ਬਾਹਰ ਨਹੀਂ ਜਾਣਾ ਹੁੰਦਾ। ਪਰ ਉਹਨਾਂ ਚੋਰਾਂ ਤੋਂ ਚੰਗੇ ਗੱਲ ਨੂੰ ਦੂਜੇ ਪਾਸੇ ਤਰੀਕੇ ਨਾਲ ਲਿਓ ਕਿ ਉਹਨਾਂ ਚੋਰਾਂ ਤੋਂ ਚੰਗੇ ਨਹੀਂ, ਪਰ ਉਹਨਾਂ ਚੋਰਾਂ ਤੋਂ ਚੰਗੇ। ਹੁਣ ਉਹਨਾਂ ਚੋਰਾਂ ਤੋਂ ਚੰਗੇ ਕਿਹੜੇ ਨੇ? ਕਿਹੜੇ ਚੋਰਾਂ ਤੋਂ? ਇਹ ਚੋਰ ਚੰਗੇ ਨੇ ਜਿਹੜੇ ਸਾਹਿਤ ਦੇ ਚੋਰ ਅਸੀਂ ਕਹਿ ਦਿੰਦੇ, ਜਾਂ ਲਿਖਣ ਵਾਲੇ ਚੋਰ ਕਹਿ ਦਿੰਦੇ, ਗਾਇਕੀ ਦੇ ਚੋਰ ਕਹਿ, ਪਰ ਇਹ ਉਹਨਾਂ ਸਾਰਿਆਂ ਚੋਰਾਂ ਤੋਂ ਚੰਗੇ ਨੇ। ਹੁਣ ਕਿਹੜੇ ਚੋਰਾਂ ਤੋਂ ਚੰਗੇ ਨੇ? ਤਨ ਤੇ ਧਨ ਦੇ ਜੋ ਲਟੇਰੇ ਫਿਰਦੇ, ਪਿੱਠ ਪਿੱਛੇ ਚੁਗਲ ਇਰਖਾਲੂ, ਰਿਸ਼ਤੇਦਾਰ ਜੋ ਮੇਰੇ ਫਿਰਦੇ, ਰੱਬ ਦੇ ਨਾਂ ਦੇ ਜੋ ਲੋਕਾਂ ਨੂੰ ਠੱਗਣ, ਉੱਠ ਕੇ ਸੁਬਾਹ ਸਵੇਰੇ ਫਿਰਦੇ, ਉਹਨਾਂ ਸਾਰਿਆਂ ਨੂੰ ਇਹ ਚੋਰ ਚੰਗੇ ਨੇ ਜੀ। ਤੇਰੇ ਬੱਚਿਆਂ ਤੋਂ ਟੁੱਕ ਖੋਂਦੇ, ਬੈਠੇ ਤੇਰੇ ਬਨੇਰੇ ਫਿਰਦੇ, ਬਗਲ 'ਚ ਛੁਰੀਆਂ ਪਾਉਂਦੇ ਜੱਫੀਆਂ, ਉਹ ਬਣੇ ਨੇ ਯਾਰ ਘਨੇਰੇ ਫਿਰਦੇ, ਮਾਂ ਬੋਲੀ ਦੀ ਖੱਟੀ ਖਾ ਕੇ ਹੁਣ ਚੁੱਲ੍ਹੇ ਚਾਰ ਸਫੇਰੇ ਫਿਰਦੇ। ਸਹੂਲਤਾਂ ਲਈ ਘਰ ਨੂੰ ਛੱਡ ਕੇ ਹੋਏ ਬਗਾਨੇ ਤੇਰੇ ਫਿਰਦੇ, ਹੁਣ ਪਰਦੇਸੀ ਦੇਸ਼ ਨੂੰ ਭੰਡਣ ਫਸਲੀ ਜਿਵੇਂ ਬਟੇਰੇ ਫਿਰਦੇ। ਰਿਸ਼ਵਤੀ ਬੇਈਮਾਨੀ ਤੇ ਲਾਲਚੀ ਉਹ ਲੀਡਰ ਕੁਰਸੀ ਘੇਰੇ ਫਿਰਦੇ। ਇਹ ਸਾਰੇ ਉਹਨਾਂ ਚੋਰਾਂ ਨੂੰ ਮਾਰੇ ਨੇ ਜੀ। ਅਫਸਰ ਤੇ ਅਫਸਰ ਵੀ ਸਿਆਸਤੀ ਹੋਏ, ਘੋੜੀਆਂ ਮਗਰ ਵਸ਼ੇਰੇ ਫਿਰਦੇ, ਵੀ ਜੋ ਲੀਡਰ ਨੇ ਕਹਿਤਾ ਉਹੀ ਸੱਚ ਹੈ। ਘੋੜੀਆਂ ਮਗਰ ਵਸ਼ੇਰੇ ਫਿਰਦੇ, ਮੂਰਖ ਪੜ੍ਹੇ ਤੇ ਅਨਪੜ੍ਹ ਜਿਵੇਂ ਸਾਧਾਂ ਦੇ ਨੇ ਡੇਰੇ ਫਿਰਦੇ। ਵੀ ਹੁਣ ਜਿਹੜੇ ਪੜ੍ਹੇ ਲਿਖੇ ਵੀ ਸਾਰੇ ਡੇਰੇ ਫਿਰਦੇ, ਉਹਨਾਂ ਨਾਲੋਂ ਵੱਡਾ ਮੂਰਖ ਹੀ ਕੋਈ ਨਹੀਂ। ਮੂਰਖ ਪੜ੍ਹੇ ਲਿਖੇ ਤੇ ਅਨਪੜ੍ਹ ਜਿਵੇਂ ਸਾਧਾਂ ਦੇ ਨੇ ਡੇਰੇ ਫਿਰਦੇ, ਸੇਵਾਦਾਰ ਸੇਵਾ ਦੇ ਨਾਂ ਤੇ ਬਣ ਕੇ ਜੋ ਲੁਟੇਰੇ ਫਿਰਦੇ, ਧਰਮ ਦੇ ਆਗੂ ਤੇ ਪ੍ਰਚਾਰਕ ਉਹ ਰੱਬ ਨਾਲ ਲਈ ਲਾਵਾਂ ਫੇਰੇ ਫਿਰਦੇ, ਵਿੱਚ ਜ਼ਮੀਰ ਵਿਦੇਸ਼ੀ ਜਾਣਾ ਝੂਠੇ ਬੰਨੀ ਸੇਰੇ ਫਿਰਦੇ। ਜਿਹੜੇ ਹੁਣੇ ਕਾਂਡ ਹੁੰਦੇ ਨੇ ਤਾਜੀ ਜੀ, ਠੀਕ ਹੈ ਜੀ। ਵਿਆਹ ਕਾਨੂੰਨੀ ਝੂਠੇ ਚੂੜੇ, ਉਹ ਮੇਰੇ ਚਚੇਰੇ ਫਫੇਰੇ ਫਿਰਦੇ। ਕਿਸੇ ਨੇ ਮਾਮੇ ਦੀ ਵਿਆਹ ਕਰਾ ਲਿਆ, ਕਿਸੇ ਨੇ ਮਾਮੇ ਦੇ ਚਾਚੇ ਦੇ ਨਾਲ ਕਰਾ ਲਿਆ, ਕਿਸੇ ਨੇ ਫੁੱਫੜ ਦੇ ਨਾਲ ਕਰਾ ਲਿਆ। ਇਹ ਸਾਰੇ ਵਿਆਹ ਕਾਨੂੰਨ ਵਿਆਹ ਤਾਂ ਹੁੰਦੇ ਅਸਲੀ ਹੁੰਦੇ ਨਾ। ਝੂਠੇ ਚੂੜੇ ਮੇਰੇ ਚਚੇਰੇ ਫਫੇਰੇ ਫਿਰਦੇ, ਉਹ ਛੱਡ ਬਲ ਤੂੰ ਕੀ ਅੰਬ ਲੈਣੇ ਜਿੱਥੇ ਤੋਕੜਾ ਮਗਰ ਲਵੇਰੇ ਫਿਰਦੇ। ਤੋਕੜਾ ਦਰਸ਼ਕੋ ਹੁੰਦੀਆਂ ਨੇ ਜਿਹੜੀਆਂ ਦੁੱਧ ਨਹੀਂ ਦਿੰਦੇ, ਲਵੇਰੇ ਉਹ ਹੁੰਦੇ ਨੇ ਜਿਹੜੇ ਦੁੱਧ ਦਿੰਦੇ ਨੇ। ਤਾਂ ਹੀ ਮੈਂ ਕਿਹਾ ਵੀ ਛੱਡ ਬਲ ਤੂੰ ਕੀ ਅੰਬ ਲੈਣੇ, ਇੱਥੇ ਬੜੀਆਂ ਗੱਲਾਂ ਸਿੱਧੀਆਂ ਜਿਹੀਆਂ ਮਾਰਦੇ ਤੁਸੀਂ ਅੰਬ ਲੈਣੇ। ਵੈਸੇ ਉਦਾਂ ਆਪਾਂ ਕਿਸੇ ਨੂੰ ਕਹੀਏ ਤੂੰ ਕੀ ਲੈਣਾ ਹੈ, ਤੂੰ ਅੰਬ ਲੈਣਾ, ਤੂੰ ਸਾਡੀ ਗੱਲ 'ਚ ਵੀ ਦਖਲ ਦਿੰਦਾ, ਉਹਦਾ ਗੱਲ ਪੈਂਦਾ ਹੈ ਤੂੰ ਮੈਂ ਅੰਬ ਲੈਣ ਥੋੜੀ ਆਇਆ, ਮੈਂ ਤਾਂ ਆਹ ਗੱਲ ਦੱਸਣਾ। ਇਹ ਪਤਾ ਕੀ ਹੁੰਦਾ ਜੀ, ਵੇਖੋ ਜਿਹੜੀ ਗੱਲ ਆਪਾਂ ਲੋਕਾਂ ਨੂੰ ਕਹਿ ਸਕਦੇ ਆ ਨਾ, ਸਿਆਣੇ ਕਹਿੰਦੇ ਲੋਕਾਂ ਨੂੰ ਹਸਾਉਣਾ ਬਹੁਤ ਔਖਾ। ਵੈਸੇ ਇਹ ਗੱਲ ਕਿਉਂ ਚੱਲੀ ਜੀ ਵੀ ਤੂੰ ਅੰਬ ਲੈਣੇ? ਅੰਬ ਤਾਂ ਸਭ ਤੋਂ ਮਹਿੰਗੇ। ਅੰਬ ਫਲਾਂ ਦਾ ਰਾਜਾ ਹੁੰਦਾ ਸੀ ਕਿਸੇ ਟਾਈਮ ਤੇ। ਨਹੀਂ ਹੁਣ ਵੀ ਹੋਏਗਾ? ਨਹੀਂ ਹੁਣ ਤੇ ਹੁਣ ਵੱਡਾ ਹਦਵਾਣਾ ਹੁੰਦਾ। ਨਹੀਂ ਹੁਣ ਤੇ ਉਹ ਸਿਆਸਤੀ ਫਲਾਂ ਦੇ ਰਾਜੇ ਹੋਰ ਹੋ ਗਏ ਆ ਤੇ ਦੂਜੇ ਫਲਾਂ ਦੇ ਰਾਜੇ ਹੋਰ ਹੋ ਗਏ। ਲੋਕਾਂ ਨੂੰ ਫਾਹ ਤੇ ਉਡਵਾ ਦੀ ਜਿਹੜਾ ਅਖਬਾਰ ਚ ਆ ਜੇ,
ਤੇ ਵੈਸੇ ਤਾਂ ਪਹਿਲਾਂ ਸਾਰੇ ਫਲ ਅਖਬਾਰਾਂ 'ਚ ਹੀ ਲਪੇਟ ਕੇ ਆਉਂਦੇ ਹੁੰਦੇ ਸੀ। ਲੋਕਾਂ ਨੇ ਇਹ ਕਿ ਜਿਹੜਾ ਫਲ ਅਖਬਾਰ 'ਚ ਆ ਗਿਆ ਜਾਂ ਨਿਊਜ਼ਾਂ 'ਚ ਆ ਗਿਆ ਉਹੀ ਫਲ ਆ, ਉਹੀ ਫਲ, ਦੂਜਾ ਨਹੀਂ ਫਲ। ਹਾਂਜੀ, ਭਾਵੇਂ ਸੀਤਾਫਲ ਹੋ ਜੇ ਤੇ ਭਾਵੇਂ ਦੂਜਾ ਸੀਤਾਫਲ ਨੇ ਵੀ ਬੜਾ ਕਲੇਸ਼ ਖੜਾ ਕੀਤਾ। ਤੇ ਇਹੀ ਮੈਂ ਕਹਿੰਦਾ ਹੁੰਦਾ ਪੰਜਾਬੀ ਨੂੰ ਅਕਸਰ ਵੀ ਕੋਸ਼ਿਸ਼ ਕਰਿਆ ਕਰੋ। ਹੁਣ ਇਹਦੇ ਵਿੱਚ ਜਿਹੜੇ ਵੀ ਸ਼ਬਦ ਆ ਜੀ, ਬਨੇਰੇ, ਸਵੇਰੇ, ਘਨੇਰੇ, ਲੁਟੇਰੇ, ਮੈਂ ਕਦੀ ਇੱਕ ਮਾਫੀ ਉਹ ਪਰਮਾਤਮਾ ਤੋਂ ਚਾਹੁੰਦਾ ਜੀ, ਪਰਮਾਤਮਾ ਨੇ ਇੰਨੀ ਕੁ ਬੁੱਧ ਦਿੱਤੀ, ਮੈਂ ਕਦੀ ਦੂਜਾ ਸ਼ਬਦ ਰਿਪੀਟ ਨਹੀਂ ਕਰਦਾ ਜੀ। ਸਾਡੇ ਸਾਹਿਤ 'ਚ ਇਹ ਬੜੀ ਘਾਟ ਆ, ਅਸੀਂ ਹਰ ਲਾਈਨ 'ਚ ਦੂਜਾ ਸ਼ਬਦ ਰਿਪੀਟ ਕਰਦੇ। ਹੁਣ ਇੱਥੇ ਵੇਖੋ ਤੁਸੀਂ ਜੀ, ਜਦੋਂ ਲੱਭਦਾ ਨਹੀਂ ਫਿਰ ਤੇ ਕਰਨੀ ਯਾਰ। ਹਾਂਜੀ, ਹੁਣ ਇੱਥੇ ਵੇਖੋ ਤੁਸੀਂ, ਬਥੇਰੇ, ਹਨੇਰੇ, ਲੁਟੇਰੇ, ਮੇਰੇ, ਸਵੇਰੇ, ਬਨੇਰੇ, ਘਨੇਰੇ, ਸਫੇਰੇ, ਛੁਫੇਰੇ, ਤੇਰੇ, ਬਟੇਰੇ, ਘੇਰੇ, ਵਛੇਰੇ, ਡੇਰੇ, ਸੇਰੇ, ਫੁਫੇਰੇ ਤੇ ਲਵੇਰੇ। ਕੋਈ ਸ਼ਬਦ ਘੱਟੋ ਘੱਟ 20 ਸ਼ਬਦ ਆ ਤੁਹਾਡੇ ਇਸ ਕਵਿਤਾ ਦੇ ਵਿੱਚ ਜਿਹੜੇ ਤੁਸੀਂ ਅਲੱਗ-ਅਲੱਗ ਹੈਗੇ। ਕਈ ਵਾਰ ਦੇਖੋ, ਇਹ ਤੋਂ ਲੱਗਦਾ ਕਿ ਪੰਜਾਬੀ ਭਾਸ਼ਾ ਕਿੰਨੀ ਅਮੀਰ ਹੈਗੀ ਆ, ਤੇ ਅਸੀਂ ਬਿਨਾਂ ਵਜ੍ਹਾ ਦੂਜੇ ਹੋਰ ਸ਼ਬਦ ਜਿਹੜੇ ਇੱਧਰੋਂ ਉੱਧਰੋਂ ਉਧਾਰੇ ਲੈ ਕੇ ਘੁਸੜਨ ਦੀ ਕੋਸ਼ਿਸ਼ ਕਰਦੇ ਹਾਂ। ਉਹਨੇ ਸਾਨੂੰ ਉਹ ਪਤਾ ਕੀ ਹੁੰਦਾ ਜੀ, ਜਿਵੇਂ ਤੁਸੀਂ ਅੱਗੇ ਕਿਹਾ ਕਿ ਜਿਹੜੇ ਸਾਹਿਤ ਦੇ ਲਟੇਰੇ ਨੇ, ਉਹਨਾਂ ਲਈ ਇਹ ਕੰਮ ਹੁੰਦਾ। ਮੈਂ ਇੱਕ ਟੀਵੀ ਤੋਂ ਨਿਊਜ਼ ਚੈਨਲ ਤੋਂ ਖਬਰਾਂ ਸੁਣ ਰਿਹਾ ਸੀਗਾ ਜੀ। ਹਾਂਜੀ, ਉਹ ਐਂਕਰ ਕਹਿੰਦੀ ਦੂਸਰੇ ਨੂੰ ਇੱਕ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੀਓ। ਮੈਂ ਕਿਹਾ ਬਣੇ ਰਹੀਓ ਕੀ ਹੋਇਆ? ਉਹ ਲਾਈਨ ਫੋਨ ਲਾਈਨ ਤੇ ਹੈ। ਸ਼ੁਕਰ ਕਰੋ ਉਹਨੇ ਬੰਨੇ ਰਹੀਓ ਨਹੀਂ ਕਹਿਤਾ ਵੀ ਸਾਡੇ ਨਾਲ ਅੱਗੇ ਤੋਂ ਬੰਨੇ ਰਹੀਓ। ਨਹੀਂ, ਬੰਨੇ ਰਹਿਣਾ ਚਲੋ ਉਹ ਇੱਕ ਪੰਜਾਬੀ ਦਾ ਸਮਝ ਆਉਂਦੀ ਹੈ। ਬੰਨੇ ਰਹੀਓ ਪਰੇ ਰਿਓ। ਹਾਂਜੀ, ਇੱਕ ਬੰਨਾ ਉਹ ਵੀ ਹੁੰਦਾ ਜਿਹਨੂੰ ਹੈ ਜੀ ਸ਼ੌਰ ਇਹਨੂੰ ਕਹਿੰਦੇ ਹੈਗੇ। ਇੱਕ ਵੱਟ ਬੰਨਾ ਵੀ ਹੁੰਦਾ, ਇੱਕ ਹੁੰਦੇ ਬੰਨੇ ਜਾਣਾ। ਮਤਲਬ ਸ਼ਬਦ ਵੱਖਰੇ ਵੱਖਰੇ ਹੈਗੇ ਆ, ਵੱਖਰੇ ਵੱਖਰੇ ਜਗ੍ਹਾ ਤੇ ਉਹਨਾਂ ਨੂੰ ਤੁਸੀਂ ਵਰਤ ਸਕਦੇ, ਲਾ ਸਕਦੇ। ਅੱਛਾ, ਕੀ ਉਹ ਗੱਲ ਜਿਹੜੀ ਸ਼ੁਰੂ ਕੀਤੀ ਸੀਗੀ ਕਿ ਅੱਕ ਕਿਉਂ ਜਾਂਦਾ ਮਨ, ਅੱਕ ਕਿਉਂ ਜਾਂਦਾ? ਅਸੀਂ ਇਹ ਮਨ ਦੀ ਅਵਸਥਾ ਜਿਹੜੀ ਆ, ਇਹ ਸਹਿਜ ਅਵਸਥਾ ਨਹੀਂ ਹੈ, ਬਿਲਕੁਲ ਭਟਕਣ ਵਾਲੀ ਅਵਸਥਾ, ਭਟਕਣ ਵਾਲੀ। ਕਾਰਨ ਫਿਰ ਉੱਥੇ ਗੱਲ ਆ ਜਾਂਦੀ ਹੈ ਵੀ ਦੁਨੀਆ ਦਾ ਕੋਈ ਗ੍ਰੰਥ ਪੜ੍ਹ ਲਓ, ਕਦੀ ਕਿਸੇ ਗ੍ਰੰਥ ਨੇ ਕਿਹਾ ਵੀ ਮਾਇਆ ਬਹੁਤ ਜ਼ਿਆਦਾ ਇਕੱਠੀ ਕੀਤਿਆਂ ਸੁੱਖ ਮਿਲਦਾ। ਕਦੀ ਕਿਸੇ ਗ੍ਰੰਥ ਨੇ ਕਿਹਾ ਵੀ ਤੁਹਾਡੀ ਔਲਾਦ ਬਹੁਤ ਜ਼ਿਆਦਾ ਹੋਵੇ। ਵੀ ਜਿਸ ਤਰ੍ਹਾਂ ਕਹਿੰਦੇ ਰਾਵਣ ਦੇ, ਹੁਣ ਇਹ ਤੇ ਵੈਸੇ ਇੱਕ ਮਿਥਿਹਾਸ ਆ ਵੀ ਲੱਖ ਪੁੱਤ ਸਵਾ ਲੱਖ ਪੋਤਰਾ ਤੇ ਰਹਿ ਨਾ ਨਿਸ਼ਾਨ ਜਗ ਤੇ ਵੈਸੇ ਤਾਂ ਹੋਊਗੀ ਨਹੀਂ। ਚਲੋ ਕੌਰਵਾਂ ਦੇ 100 ਸੀਗੇ, ਕਹਾਵਤ ਹੈ। ਹੁਣ ਕੌਰਵ 100 ਸੀਗੇ, ਇਹ ਵੀ ਪੋਸੀਬਲ ਨਹੀਂ ਗੀ ਗੱਲ ਵੀ ਇੱਕ ਬੰਦੇ ਦੀ 100 ਔਲਾਦ ਹੋਵੇ। ਕਿਉਂਕਿ ਜੇ ਆਪਾਂ ਉਹਦੀ 100 ਵੀ ਰਾਣੀ ਗਿਣ ਲਈਏ ਤੇ ਫਿਰ ਪੋਸੀਬਲ ਹੈ ਵੀ ਉਹਦੀ 100 ਰਾਣੀ ਹੋਊਗੀ ਤਾਂ ਹਰ ਇੱਕ ਨੂੰ ਇੱਕ ਇੱਕ ਬੱਚਾ ਹੋ ਗਿਆ। ਪੋਸੀਬਲ ਹੈ, ਮੰਨ ਲੈਂਦੇ ਆ। ਪਰ ਇਹ ਜਿਹੜੀਆਂ ਗੱਲਾਂ ਨੇ, ਕੌਰਵਾਂ ਦੇ 100 ਸੀ, 100 ਪੰਜਾਂ ਪਾਂਡਵਾਂ ਨੂੰ ਨਹੀਂ ਜਿੱਤ ਸਕੇ। ਇਤਿਹਾਸ, ਮਿਥਿਹਾਸ ਜਿਵੇਂ ਕਹਿੰਦੇ, ਜੋ ਇਤਿਹਾਸ ਹੈ ਉਹਦੇ ਮੁਤਾਬਕ ਜੋ ਸਾਹਮਣੇ ਆਇਆ ਉਹ ਇਹ ਆ। ਹੁਣ ਅਸੀਂ ਇਹ ਕਹਿ ਦਿੰਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ 1.25 ਲੱਖ ਸੇ ਏਕ ਲੜਾਓ। ਉਹ ਕਿਉਂ ਸੱਚ ਸੀ? ਕਿਉਂਕਿ ਅੰਦਰ ਸੂਰਮਗਤੀ ਸ਼ਬਦਾਂ ਦੀ ਇਸ ਤਰੀਕੇ ਨਾਲ ਨਹੀਂ ਭਰ ਦਿੱਤੀ ਜਾਂਦੀ ਸੀ ਕਿ ਆਤਮਾ ਨੂੰ ਸਟਰੋਂਗ ਕੀਤਾ ਜਾਂਦਾ ਸੀ, ਨਾ ਕਿ ਸਰੀਰ ਤੇ ਸਟਰੋਂਗ ਕਰਨਾ। ਕਿਉਂਕਿ ਗੱਤਕੇ ਦੇ ਜ਼ੋਰ ਸਿਖਾਏ ਜਾਂਦੇ ਸੀ, ਤੀਰ ਅੰਦਾਜ਼ੀ ਸਿਖਾਈ ਜਾਂਦੀ, ਘੋੜ ਸਵਾਰੀ ਸਿਖਾਈ ਜਾਂਦੀ ਸੀ। ਇਹ ਕਦੀ ਇਹਨਾਂ ਚੀਜ਼ਾਂ ਦੇ ਤੁਸੀਂ ਗੌਰ ਕਰਕੇ ਦੇਖਿਓ, ਤੀਰ ਖਿੱਚਣ ਲਈ ਉਹ ਜਿਹੜੇ ਉਹਨਾਂ ਲੱਗਦਾ ਸਾਰਾ ਕੁਝ। ਉਸ ਤੋਂ ਬਾਅਦ ਤੀਰ ਚਲਾਉਣ ਲਈ ਤੁਹਾਡਾ ਦਿਮਾਗ, ਤੁਹਾਡੀ ਨਿਸ਼ਾਨਾ, ਕੰਸਨਟ੍ਰੇਸ਼ਨ। ਉਹ ਅੱਜ ਕੱਲ੍ਹ ਜਿਹੜੀ ਫਾਇਰਿੰਗ ਕਰਦੇ ਆ ਨਾ, ਉਹਦੇ 'ਚ ਤੁਸੀਂ ਦੇਖੋ ਕੰਸਨਟ੍ਰੇਸ਼ਨ ਕਿੰਨੀ ਚਾਹੀਦੀ। ਸੇਮ ਚੀਜ਼ ਸੀ। ਉਹੀ ਮੈਂ ਗੱਲ ਕਹਿ ਰਿਹਾ ਕਿ ਇਹ ਭਟਕਦਾ ਹੀ ਇਸੇ ਕਰਕੇ ਕਿਉਂਕਿ ਗੁਰੂ ਨਹੀਂ। ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪੱਤ ਨਹੀਂ। ਇਹ ਨਹੀਂ ਵੀ ਸ਼ਾਹ ਬਿਨਾਂ ਪੱਤ ਨਹੀਂ, ਵਿਸ਼ਾਲ ਤੁਹਾਨੂੰ ਲਗੋੜ ਪਾਉਣ ਆਉਂਦਾ ਸੀ ਜਾਂ ਸ਼ਾਹ। ਚਲੋ ਸ਼ਾਹ ਤੁਹਾਡਾ ਪੱਤ ਦਾ ਮਤਲਬ ਹੈ ਵੀ ਤੁਹਾਡਾ ਔਖੇ ਸੌਖੇ ਵੇੜਾ ਕੰਮ ਆਉਂਦਾ ਸੀ, ਔਰ ਉਹ ਡੌਂਡੀ ਨਹੀਂ ਪਟਦਾ ਫਿਰਦਾ ਕਿ ਫਲਾਣਾ ਬੰਦਾ ਮੇਰੇ ਕੋਲ ਇੰਨੇ ਪੈਸੇ ਲੈ ਗਿਆ। ਬਸ ਤੁਹਾਡਾ ਉਹਲਾ ਰੱਖਦਾ, ਉਹੀ ਪੱਤ ਹੁੰਦੀ। ਸੇਮ ਚੀਜ਼ ਹੈ ਕਿ ਆਪਾਂ ਹੁਣ ਇੱਕ ਅੰਦਰੂਨੀ ਸਿਸਟਮ ਜੇ ਇਹੋ ਜਿਹੇ ਕਰ ਲਿਆ, ਆਹ ਵੀ ਹੋਣਾ ਚਾਹੀਦਾ, ਆਹ ਵੀ ਹੋਣਾ ਚਾਹੀਦਾ, ਆਹ ਵੀ ਹੋਣਾ ਚਾਹੀਦਾ। ਉਹ ਜਦੋਂ ਆਹ ਵੀ ਹੋਣਾ ਚਾਹੀਦਾ ਤੇ ਉਹ ਵੀ ਹੋਣਾ ਚਾਹੀਦਾ, ਉਦੋਂ ਮਨ ਨੂੰ ਭਟਕਦਾ। ਠੀਕ ਹੈ। ਮੈਂ ਤੁਹਾਨੂੰ ਹੁਣੇ ਪੀਟਰ ਦੀ ਵਿਚਾਰੇ ਦੀ ਕੱਲ ਵਿਚਾਰਾ ਨਹੀਂ, ਵਧੀਆ ਬੰਦਾ ਆ, ਵਧੀਆ ਗਾਇਕ ਸੀ, ਉਹਨੇ ਛੱਡ ਕੇ ਸਾਰਾ ਕੁਝ ਅਜੇ ਵੀ ਸੈਟਿਸਫਾਈ। ਮੈਨੂੰ ਇਹੋ ਜਿਹੇ ਬੰਦੇ ਦਾ ਬਹੁਤ ਵਧੀਆ ਲੱਗਦੀ ਚੀਜ਼। ਠੀਕ ਹੈ ਵੀ ਕਿਆ ਬਾਤ ਹੈ ਵੀ ਮਨ ਨੂੰ ਅਗਲੇ ਦਿਨ ਨੂੰ ਤਸੱਲੀ ਤੇ ਹੈ। ਉਹ ਕਹਿੰਦਾ ਮੈਂ ਨੋ ਡਾਊਟ ਮੈਂ ਸ਼ਿਵ ਨੂੰ ਪੜ੍ਹ ਕੇ ਉਹਨੂੰ ਗਾ ਲਾਂਗਾ, ਉਹ ਜ਼ਿਆਦਾ ਵਧੀਆ, ਮੈਂ ਜ਼ਰੂਰੀ ਇੱਕਦਮ ਫੇਮ ਹੋਣਾ। ਮੈਂ ਪਾਤਰ ਸਾਹਿਬ ਨੂੰ ਗਾ ਲਾਂਗਾ। ਮੈਂ ਬਥੇਰੀ ਸ਼ਾਇਰੀ ਪਈ ਦੁਨੀਆ 'ਚ, ਬਹੁਤ ਸ਼ਾਇਰ ਹੈਗੇ, ਬੜੀਆਂ ਅੱਛੀਆਂ ਰਚਨਾਵਾਂ। ਤੇ ਉਹ ਤੁਸੀਂ ਗੱਲ ਕਰ ਕਿ ਇੱਥੇ ਆ ਕੇ ਜ਼ਿਆਦਾ ਕੋਈ ਭਟਕਦਾ। ਉੱਥੇ ਬਜ਼ੁਰਗ ਸਾਡੇ ਬੜੇ ਹੁੰਦੇ ਨੇ ਸਿਆਣੇ, ਉਹ ਬਹਿ ਜਾ, ਕਦੀ ਕਿਸੇ ਨੇ ਜੱਗ ਨਹੀਂ ਸਾਧਿਆ। ਇੱਥੇ ਤੁਸੀਂ ਕਹਿ ਕੇ ਵੇਖ ਲਓ, ਕਦੀ ਬਹਿ ਜਾ, ਕਿਸੇ ਨੇ ਜੱਗ ਨਹੀਂ ਸਾਧਿਆ, ਕਹਿੰਦੇ ਤੈਨੂੰ ਤਕਲੀਫ ਆ। ਤੁਸੀਂ ਬਜ਼ੁਰਗਾਂ ਦੀ ਗੱਲ ਕੀਤੀ, ਮੈਂ ਅੱਜ ਇੱਕ ਬਜ਼ੁਰਗਾਂ ਦੀ ਗੱਲ ਤੁਹਾਡੇ ਨਾਲ ਕਰਨੀ ਆ। ਹਾਂਜੀ।
ਉੱਥੇ ਕਦੀ ਤੁਸੀਂ ਦੱਸਿਓ ਜੀ 40-45 ਸਾਲ ਤੁਸੀਂ ਉੱਥੇ ਲਾ ਕੇ ਆਏ ਇੰਡੀਆ 'ਚ। ਹਾਂਜੀ ਹਾਂਜੀ 10-15 ਸਾਲ ਇੱਥੇ ਵੀ ਆਇਆ ਹੋ ਗਿਆ 10 ਸਾਲ। ਹਾਂਜੀ। ਫਾਦਰ ਡੇ ਕਦੀ ਸੈਲੀਬ੍ਰੇਟ ਕੀਤਾ ਸੀ ਉੱਥੇ? ਦਿਨ ਅਸੀਂ ਕਿੱਥੇ ਮਨਾਉਂਦੇ ਆ? ਦਿਨ ਅਸੀਂ ਪਤਾ ਕਿੱਥੇ ਮਨਾਉਂਦੇ ਆ? ਦੀਵਾਲੀ ਮਨਾਈ, ਵਿਸਾਖੀ ਮਨਾਈ ਜਾਂ ਸਾਰਾ ਕੁਝ ਮਨਾਇਆ, ਅਸੀਂ ਉਹਨਾਂ ਨੂੰ ਯਾਦ ਕਰਦੇ ਜਿਨ੍ਹਾਂ ਨੂੰ ਅਸੀਂ ਵਿਸਰ ਚੁੱਕੇ ਹੁੰਦੇ ਆ। ਵਿਸਾਖੀ ਮੱਸਿਆ ਪੁੰਨਿਆ ਗੁਰੂ ਸਾਹਿਬ ਨੇ ਇਸ ਕਰਕੇ ਬਣਾਈ ਵੀ ਤੁਸੀਂ ਇਕੱਠੇ ਹੋ ਤੇ ਤੁਹਾਨੂੰ ਇਕੱਠੇ ਹੋ ਕੇ ਇੱਕ ਦੂਜੇ ਦੇ ਵਿਚਾਰ ਸੁਣਨ। ਅਸੀਂ ਤੁਹਾਨੂੰ ਗਲਤ ਪਾਸੇ ਲੈ ਗਏ ਨਾ, ਮੱਸਿਆ ਨੂੰ ਵੀ ਗਲਤ ਪਾਸੇ ਲੈ ਗਏ, ਪੁੰਨਿਆ ਨੂੰ ਵੀ ਗਲਤ ਪਾਸੇ ਲੈ ਗਏ ਵੀ ਉਸ ਦਿਨ ਮੱਸਿਆ ਨੂੰ ਗੁਰਦੁਆਰੇ ਮੱਥਾ ਟੇਕਣਾ, ਵੈਸੇ ਤਾਂ ਸਦਾ ਜਾਣਾ ਚਾਹੀਦਾ। ਉਹਨਾਂ ਨੇ ਇਸ ਕਰਕੇ ਬਣਾਈ ਵੀ ਸੰਗਤ ਇਕੱਠੀ ਹੁੰਦੀ ਤੇ ਵਿਚਾਰ ਸਾਂਝੇ ਹੋ। ਦਿਨ ਫਿਕਸ ਕਰ ਲਿਆ, ਦਿਨ ਫਿਕਸ। ਦੀਵਾਲੀ ਇਸ ਕਰਕੇ ਦੀਪਮਾਲਾ ਵਗੈਰਾ ਹੁੰਦੀ ਤੇ ਆ ਸਾਰਾ ਕੁਝ ਮੌਸਮ ਦੇ ਹਿਸਾਬ ਨਾਲ ਸਾਰਾ ਚੇਂਜ ਹੁੰਦਾ ਤੇ ਨਾਲੇ ਸਾਨੂੰ ਇੱਕ ਯਾਦ ਆ ਜਾਂਦੀ ਵੀ ਸਾਡੇ ਗੁਰੂ ਸਾਹਿਬ ਆਏ। ਹੁਣ ਫਾਦਰ ਤੇ ਤੁਹਾਡੇ ਜੇ ਕੋਲ ਆ ਤੇ ਤੁਹਾਡਾ ਰੋਜ਼ ਫਾਦਰ ਡੇ ਆ, ਜਾਂ ਫਾਦਰ ਦੀ ਤੁਸੀਂ ਫੋਨ ਤੇ ਗੱਲ ਕਰਦੇ ਰਿਸਪੈਕਟ ਕਰਦੇ, ਰੋਜ਼ ਫਾਦਰ ਡੇ ਆ। ਹੁਣ ਇੱਕ ਦਿਨ ਤੁਸੀਂ ਫਾਦਰ ਡੇ ਉਹਦੀ ਗੱਲ ਸੁਣੋ ਵੀ ਇੱਕ ਦਿਨ ਝੰਡਾ ਲਹਿਰਾ ਕੇ ਬਾਰਡਰ ਤੇ ਮੁੜ ਕੇ ਸਾਰੀ 364 ਦਿਨ ਬਾਰਡਰ ਹੀ ਸੀਲ ਕਰ ਛੱਡੋ। ਕੱਲ ਨੂੰ ਫਾਦਰ ਡੇ ਹੈ ਜੀ। ਹਾਂਜੀ। ਤੇ ਇੰਡੀਆ 'ਚ ਤਾਂ ਪਤਾ ਨਹੀਂ ਸੈਲੀਬ੍ਰੇਸ਼ਨ ਕਿਸ ਤਰੀਕੇ ਦੀ ਹੁੰਦੀ ਕਿ ਨਹੀਂ ਹੁੰਦੀ। ਅਸੀਂ ਤਾਂ ਉੱਥੇ ਸੈਲੀਬ੍ਰੇਸ਼ਨ ਨਹੀਂ ਸੀ ਹੁੰਦੀ ਜੀ। ਫਾਦਰ ਨਾਲ ਵੀ ਰਹੀਦਾ ਸੀ, ਗ੍ਰੈਂਡ ਫਾਦਰ ਨਾਲ ਵੀ ਰਹੀਦਾ ਸੀ, ਕਦੀ ਹੋਈ ਨਹੀਂ ਸੀ। ਠੀਕ ਹੈ ਜੀ, ਕਦੀ ਇਦਾਂ ਦੀ ਗੱਲ ਆਈ ਵੀ ਨਹੀਂ ਸੀ ਮਨ 'ਚ। ਜਦੋਂ ਦੇ ਕੈਨੇਡਾ 'ਚ ਪੈਰ ਧਰਿਆ, ਇੱਥੇ ਫਾਦਰ ਡੇ, ਮਦਰ ਡੇ, ਬ੍ਰਦਰ ਡੇ, ਸਿਸਟਰ ਡੇ, ਡੇ ਹੀ ਡੇ, ਹਰ ਰੋਜ਼ ਦਿਨ ਜਿਹੜਾ ਵਾ ਉਹ ਵੱਖਰਾ ਹੁੰਦਾ। ਮੈਨੂੰ ਸਮਝ ਨਹੀਂ ਆਈ ਕਿ ਇਹਦੀ ਇੰਪੋਰਟੈਂਸ ਜਿਹੜੀ ਤੁਸੀਂ ਵੈਸੇ ਹੁਣ ਅੱਜ ਗੱਲ ਪਹਿਲੀ ਵਾਰੀ ਮੈਂ ਤੁਹਾਡੇ ਕੋਲੋਂ ਸੁਣੀ ਤੇ ਮੈਨੂੰ ਲੱਗਦਾ ਕਿ ਮੈਨੂੰ ਇਹ ਗੱਲ ਦਾ ਪਤਾ ਕਿਉਂ ਨਹੀਂ ਸੀਗਾ ਜਾਂ ਕਿਸੇ ਹੋਰ ਨੇ ਕਿਉਂ ਨਹੀਂ ਦੱਸੀ। ਮੈਂ ਕਈਆਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਫਾਦਰ ਡੇ ਕਿਉਂ ਮਨਾਇਆ ਜਾਂਦਾ। ਤੁਸੀਂ ਇਹ ਗੱਲ ਤਾਂ ਦੱਸੀ ਅੱਜ ਤਾਂ ਕਿ ਅਸੀਂ ਸੈਲੀਬ੍ਰੇਸ਼ਨ ਉਸ ਦਿਨ ਦੀ ਕਰਦੇ ਹਾਂ ਜਾਂ ਉਸ ਗੱਲ ਦੀ ਕਰਦੇ ਹਾਂ ਜਿਹੜਾ ਸਾਡੇ ਕੋਲ ਨਹੀਂ ਉਹਨੂੰ ਅਸੀਂ ਯਾਦ ਕਰਦੇ ਹਾਂ। ਠੀਕ ਹੈ ਨਾ, ਜਿਹੜਾ ਕੋਲ ਹੀ ਆ ਉਹਨੂੰ ਤਾਂ ਉਹਦਾ ਤਾਂ ਪਿਆਰ ਹੀ ਆ, ਸਨੇਹ ਆ, ਨਿੱਘ ਹੈ। ਠੀਕ ਹੈ ਨਾ, ਜਾਂ ਅਸੀਂ ਜਿੱਤ ਨੂੰ ਸੈਲੀਬ੍ਰੇਟ ਕਰਦੇ ਹਾਂ ਜਾਂ ਅਸੀਂ ਕਦੀ ਹਾਰ ਨੂੰ ਸੈਲੀਬ੍ਰੇਟ ਕੀਤਾ ਕਿਸੇ ਨੇ। ਤੇ ਫਾਦਰ ਤੇ ਉਹ ਬੰਦਾ ਹੈ ਜਿਹਨੇ ਤੁਹਾਡੀ ਖਾਤਰ ਪਤਾ ਨਹੀਂ ਕਿੰਨੀਆਂ ਜਿੱਤਾਂ ਜਿੱਤ ਕੇ ਹਾਰ ਗਿਆ। ਕਿਉਂਕਿ ਪਿਓ ਦੀ ਅਸਲੀ ਜਿੱਤ ਉਦੋਂ ਹੁੰਦੀ ਜਦੋਂ ਉਹਦਾ ਪੁੱਤ ਉਹਦੇ ਨੂੰ ਸਟਰੋਂਗ ਹੋ ਜਾਂਦਾ। ਸਾਡੇ ਬਜ਼ੁਰਗ ਕਹਿੰਦੇ ਹੁੰਦੇ ਕਿ ਜਦੋਂ ਤੁਹਾਡਾ ਪੁੱਤ ਬਰਾਬਰ ਤੇ ਪੰਡ ਚਕਾ ਦੇ ਨਾ ਤੁਹਾਨੂੰ ਪੱਠਿਆਂ ਦੀ, ਕਿਉਂਕਿ ਅਸੀਂ ਜੱਟ ਫੈਮਿਲੀ ਬਿਲੋਂਗ ਕਰਦੇ ਉਸ ਹਿਸਾਬ ਦੀ ਗੱਲ ਸੁਣਾਉਂਗਾ। ਉਹ ਕਹਿੰਦੇ ਜਦੋਂ ਚਕਾ ਦੇ ਨਾ ਪਿਓ ਦਾ ਸੀਨਾ ਏਡਾ ਚੌੜਾ ਹੋ ਜਾਂਦਾ, ਕਿਉਂ ਉਹਨੂੰ ਪਤਾ ਹੁੰਦਾ ਵੀ ਅੱਜ ਪੁੱਤ ਮੇਰੇ ਬਰਾਬਰ ਦਾ ਹੋ ਜਾਂ ਪੁੱਤਰ ਹੀ ਕਹੇ ਵੀ ਬਾਪੂ ਮੈਂ ਚੱਕ ਲੈਣਾ, ਮੈਂ ਚੱਕ ਲੈਣਾ, ਨਹੀਂ ਚੁਕਾ ਹੀ ਦੇ। ਉਹ ਕਹਿੰਦਾ ਵੀ ਅੱਜ ਬਰਾਬਰ ਦਾ ਹੋ ਗਿਆ, ਹੁਣ ਨਹੀਂ ਮੈਂ ਲਈਦਾ। ਤੇ ਉਹੀ ਗੱਲ ਹੈ ਕਿ ਇੱਥੇ ਆ ਕੇ ਅਸੀਂ ਜ਼ਿਆਦਾ ਇਸ ਕਰਕੇ ਹੋ ਜਾਂਦੇ ਆ ਕਿਉਂਕਿ ਠੇਡੇ ਵੀ ਲੱਗਦੇ ਨੇ, ਰਗੜਾ ਵੀ ਇੱਥੇ ਆ ਕੇ, ਇਹ ਨਹੀਂ ਵੀ ਉੱਥੇ ਨਹੀਂ ਲੱਗਦੇ, ਉੱਥੇ ਵੀ ਲੱਗਦੇ ਆ। ਪਰ ਜ਼ਖਮਾਂ ਤੇ ਹਲਦੀ ਪਾਉਣ ਲਈ ਹੁਣ ਮੁੱਲ ਤਾਰਨਾ ਪੈਂਦਾ ਹੈ। ਜ਼ਖਮਾਂ ਤੇ ਹਲਦੀ ਪਾਉਣ ਲਈ ਹੁਣ ਮੁੱਲ ਤਾਰਨਾ ਪੈਂਦਾ ਹੈ। ਜ਼ਖਮਾਂ ਤੇ ਹਲਦੀ ਪਹਿਲੀ ਵਾਰੀ ਲਫ਼ਜ਼ ਸੁਣਿਆ। ਜ਼ਖਮਾਂ ਤੇ ਲੂਣ ਹੀ ਪਾਉਂਦੇ ਲੋਕੀ। ਨਹੀਂ, ਉਹ ਲੂਣ ਉਹ ਪਾਉਂਦੇ ਨੇ ਉਹਨਾਂ ਨੂੰ ਲੂਣ ਮੁਬਾਰਕ। ਉਹ ਕਿਸੇ ਨੇ ਕਿਹਾ ਨਾ ਉਹ ਗਾਲਾਂ ਕੱਢਦਾ, ਕਹਿੰਦਾ ਉਹਨੂੰ ਗਾਲਾਂ ਮੁਬਾਰਕ। ਤੇ ਕਹਿੰਦਾ ਭਾਜੀ ਤੁਸੀਂ ਹਾਂਜੀ ਹਾਂਜੀ ਕਹੀ ਜਾਂਦੇ, ਕਹਿੰਦਾ ਸਾਨੂੰ ਹਾਂਜੀ ਮੁਬਾਰਕ। ਠੇਡੇ ਇੱਥੇ ਵੀ ਲੱਗਦੇ ਨੇ, ਠੀਕ ਹੈ ਜੀ, ਠੇਡੇ ਵੀ ਲੱਗਦੇ ਨੇ, ਰਗੜਾ ਵੀ। ਪਰ ਜ਼ਖਮਾਂ ਤੇ ਹਲਦੀ ਪਾਉਣ ਲਈ ਹੁਣ ਮੁੱਲ ਤਾਰਨਾ ਪੈਂਦਾ ਹੈ। ਪਰਦੇਸੀ ਮਾਏ ਕੀ ਨਹੀਂ ਮਿਲਦਾ, ਬਸ ਦਿਲ ਨੂੰ ਇਹ ਸਮਝਾ ਕੇ ਮਿਹਣਾ ਜਾ ਮਾਰਨਾ ਪੈਂਦਾ ਹੈ। ਇਹੀ ਉਹ ਕਹਿੰਦੇ ਵੀ ਤੇ ਸਭ ਕੁਝ ਹੀ ਮਿਲਦਾ, ਕੋਈ ਪਰਵਾਹ ਨਹੀਂ। ਕਦੀ ਕਿਸੇ ਨੇ ਕਿਹਾ ਵੀ ਤੁਹਾਨੂੰ ਉਤਰਾ ਭਾਵੇਂ ਰੋਲੇ ਰਾਤ ਨੂੰ, ਬੱਚਿਆਂ ਤੋਂ ਦੁਖੀ ਹੋ ਕੇ, ਘਰ ਦੇ ਤੋਂ ਦੁਖੀ ਹੋ ਕੇ ਯਾਦ ਕਰਕੇ ਬੈਗ ਨੂੰ। ਇਹ ਕੱਲਾ ਮੌਸਮ ਨਹੀਂ, ਠੰਡਾ ਤੇ ਖੁਸ਼ਕ। ਇੱਥੇ ਰਿਸ਼ਤੇ ਆਪਣਤ ਵੀ ਠੰਡੀ ਤੇ ਖੁਸ਼ਕੇ। ਠੀਕ ਹੈ ਜੀ, ਕੱਲਾ ਮੌਸਮ ਨਹੀਂ, ਠੰਡਾ ਤੇ ਖੁਸ਼ਕ। ਇੱਥੇ ਰਿਸ਼ਤੇ ਤੇ ਆਪਣਤ ਵੀ, ਆਪਣਤ ਹੁੰਦੀ ਲੋਕਾਂ 'ਚ ਆਪਣਾਪਣ ਵੀ, ਠੰਡੀ ਤੇ ਖੁਸ਼ਕੇ। ਬਿਨਾਂ ਸੁੰਘਿਆ ਪਤਾ ਲੱਗ ਜਾਏ ਹਰ ਥਾਂ ਪਦਾਰਥਵਾਦ ਦੀ ਤੇ ਲਾਲਚ ਦੀ ਆਉਂਦੀ ਮੁਸ਼ਕੇ। ਬਿਨਾਂ ਸੁੰਘੇ ਪਤਾ ਲੱਗਦਾ ਵੀ ਹਾਂ ਭਾਜੀ, ਤੂੰ ਵੇਖ ਕੇ ਤਾਂ ਦੱਸਦਾ ਵੀ ਭਾਈ ਮੈਨੂੰ ਤੇਰੀ ਲੋੜ ਨਹੀਂ। ਠੀਕ। ਹਾਂਜੀ। ਰੱਸੀ ਤੇ ਤੁਰਿਆ ਹੀ ਰਿਜ਼ਕ ਤੁਰੇ। ਇੱਥੇ ਤੁਸੀਂ ਰੋਜ਼ ਕੰਮ ਕਰਦੇ ਜੇ ਤੇ ਰੋਟੀ ਪਾਣੀ ਚੱਲਦਾ, ਜੇ ਨਹੀਂ ਕਰਦੇ ਤੇ ਜਾਂ ਤੇ ਤੁਸੀਂ ਰਿਟਾਇਰ ਹੋ ਕੇ ਤੁਹਾਡੀ ਪੈਨਸ਼ਨ ਲੱਗ ਜੇ, ਨਹੀਂ ਤੇ ਰੱਸੀ ਤੇ ਤੁਰਿਆ ਹੀ ਰਿਜ਼ਕ ਤੁਰੇ। ਸਭ ਸ਼ਰਮਾ ਸੰਗਾਂ ਨੂੰ ਇੱਥੇ ਆ ਉਤਾਰਨਾ ਪੈਂਦਾ ਹੈ। ਠੇਡੇ ਤੇ ਇੱਥੇ ਵੀ ਲੱਗਦੇ ਨੇ, ਰਗੜਾਂ ਤੇ ਜ਼ਖਮਾਂ ਤੇ, ਪਰ ਹਲਦੀ ਪਾਉਣ ਲਈ ਮਾਏ ਮੁੱਲ ਉਤਾਰਨਾ ਪੈਂਦਾ ਹੈ। ਕਿਆ ਬਹੁਤ ਵਧੀਆ। ਅੱਛਾ, ਉਹ ਫਾਦਰ ਡੇ ਦੀ ਆਪਾਂ ਜਿਹੜੀ ਗੱਲ ਕਰਦੇ ਆ, ਫਾਦਰ ਡੇ ਨੂੰ ਚਲੋ ਜਿੱਦਾਂ ਦਾ ਵੀ ਮਾਹੌਲ ਹੈ, ਜਿਹੋ ਜਿਹੀ ਵੀ ਧਰਤੀ ਤੇ ਅਸੀਂ ਆਏ ਆ, ਅਸੀਂ ਆਪਦੀ ਮਰਜ਼ੀ ਨਾਲ ਆਏ, ਸਾਨੂੰ ਧੱਕੇ ਨਾਲ ਥੋੜੀ ਕਿਸੇ ਨੇ ਭੇਜਿਆ, ਸਾਨੂੰ ਉੱਥੋਂ ਕਿਹੜਾ ਦੇਸ਼ ਨਿਕਾਲਾ ਮਿਲਿਆ। ਠੀਕ ਹੈ ਜੀ, ਅਸੀਂ ਸਾਡੀ ਚੁਆਇਸ ਹੈ, ਆਪਦੀ ਚੁਆਇਸ ਇੱਥੇ ਆਉਣਾ ਸੀ। ਬਿਲਕੁਲ ਜੀ, ਨਾਰਮਲੀ ਅਸੀਂ ਕਹਿੰਦੇ ਕੀ ਹੁੰਦੇ ਜ਼ੋਰ ਗਰੀਬਾਂ ਦੇ, ਮਸਲੇ ਸਭ ਨਸੀਬਾਂ ਦੇ। ਇਹ ਨਸੀਬਾਂ ਦੇ ਖਿੱਚੇ ਹੋਏ ਅਸੀਂ ਆ ਗਏ, ਨਹੀਂ ਤੇ ਵੈਸੇ ਕਿਹਦਾ ਜੀ ਕਰਦਾ ਘਰ ਛੱਡਣ ਨੂੰ ਤੇ ਕਹਿੰਦਾ ਆਪਣੀਆਂ ਜੜ੍ਹਾਂ ਵੱਢਣ ਨੂੰ।
ਕਿਉਂਕਿ ਜਿਹੜੇ ਆ ਗਏ ਨੇ 100 ਮਰਜ਼ੀ ਕਹੀ ਜਾਓ ਜੀ ਅਸੀਂ ਆਹ ਕਰਨਾ ਇੰਡੀਆ 'ਚ, ਜੇ ਕਰਨਾ ਉਹ ਕਰਨਾ, ਜਿਹੜੇ ਆ ਗਏ ਜੇ ਤੁਹਾਡੇ ਵਾਪਸ ਨਹੀਂ ਮੁੜਨਾ। ਤੁਹਾਡੇ ਇੱਥੇ ਜਿਹੜਾ ਲੱਗਣੀਆਂ ਤੁਹਾਡੇ ਜ਼ਮੀਨਾਂ ਘਰ ਜਾਂ ਤੇ ਰਹਿ ਜਾਣਗੇ ਤੇ ਜਾਂ ਵਿਗੜਨਗੇ। ਕੋਈ ਨਹੀਂ ਮੁੜਿਆ ਜੀ, ਮੈਂ ਤਾਂ ਵੇਖਿਆ ਨਹੀਂ ਕਦੀ ਕੋ ਮੁੜਿਆ। ਹਾਂ ਮੁੜਦੇ ਨੇ। ਹਾਂ ਜਿਹੜੇ ਦੁਬਈ 'ਚ ਜਾਂਦੇ ਸੀਗੇ, ਮਸਕਟ ਜਾਂਦੇ ਸੀਗੇ, ਉੱਥੇ ਜਾ ਕੇ ਥੋੜਾ ਦੇਰ ਕੰਮ ਕਰਨਾ, ਜਾਂ ਜਿੱਥੇ ਉਹਨਾਂ ਨੂੰ ਪੱਕੇ ਹੋਣ ਦਾ ਮੌਕਾ ਮਿਲਦਾ ਸ਼ਾਇਦ ਉਹ ਵੀ ਨਾ ਮੁੜਦੇ। ਬਿਲਕੁਲ ਮੁੜਦੇ ਨੇ। ਜਿਸ ਤਰ੍ਹਾਂ ਅਸੀਂ ਕਹਿੰਦੇ ਕਿ ਜਿਵੇਂ ਪਿਓ ਆ ਦੁਨੀਆ 'ਚ ਕਿਤੇ ਵੀ ਚਲੇ ਜੇ ਉਹਨੂੰ ਘਰ ਉਹਦੇ ਦਿਮਾਗ 'ਚ ਹੁੰਦਾ। ਫਾਦਰ ਡੇ ਦੀ ਤੁਸੀਂ ਗੱਲ ਕੀਤੀ, ਹੁਣ ਫਾਦਰ ਦੀ ਅਸਲੀ ਡੈਫੀਨੇਸ਼ਨ ਮੈਂ ਅਸਲੀ ਤਾਂ ਨਹੀਂ, ਮੈਂ ਕੌਣ ਹੁੰਦਾ ਅਸਲੀ ਡੈਫੀਨੇਸ਼ਨ ਦੇ ਦੱਸਣ ਵਾਲਾ। ਪਰਮਾਤਮਾ ਨੇ ਕਿਹਾ ਜੀ ਪਰਮ ਪਿਤਾ ਪਰਮਾਤਮਾ, ਹਾਂਜੀ ਹਾਂਜੀ, ਅਸਲੀ ਫਾਦਰ ਹੋਗਾ। ਜਾਂ ਹੀ ਫਾਦਰ ਗਿਣਦੇ ਆ ਗੁਰੂ ਕਲਗੀਧਰ ਸਾਹਿਬ ਨੂੰ, ਜਿਨੇ ਇੱਕ ਕੌਮ ਹੀ ਪੈਦਾ ਕੀਤੀ। ਬਿਲਕੁਲ ਫਾਊਂਡਰਸ। ਇੱਕ ਜਾਣਾ ਤਾਂ ਮੈਂ ਵੀ ਪੈਦਾ ਕਰ ਸਕਦਾ, ਦੋ ਮੈਂ ਵੀ ਪੈਦਾ ਕਰ ਸਕਦਾ, ਜਾਂ ਹੋਰ ਕਿਤੇ ਮੇਰੇ ਵੀਰ ਬੈਠੇ ਹੋਣੇ ਜੇ 11 ਜਾਣੇ ਵੀ ਪੈਦਾ ਕਰ ਸਕਦੇ। ਪਰ ਉਹਨੇ ਇੱਕ ਕੌਮ ਪੈਦਾ ਕੀਤੀ। ਬਿਲਕੁਲ ਬਹੁਤ ਵੱਡੀ ਗੱਲ। ਅਸਲੀ ਫਾਦਰ ਉਹ ਆ, ਬਹੁਤ ਵੱਡੀ। ਦੂਸਰੀ ਗੱਲ ਅਸਲੀ ਫਾਦਰ ਹੋਏ ਉਹ ਆ ਕਿ ਉਹਨੇ ਆਪਣੇ 4 ਪੁੱਤ ਦੇ ਦਿੱਤੇ। ਮੇਰੇ ਤੇ ਨਿਆਣੇ ਦੀ ਉਂਗਲੀ ਵੱਢੀ ਜਾਏ ਤੇ ਮੇਰਾ ਜੀ ਕਰਦਾ ਮੈਂ ਲੱਤਾਂ ਵੱਢਦਾ ਜਿੰਨੇ ਉਹਦੀ ਉਂਗਲੀ ਵੱਢੀ ਹੈ। ਬਿਲਕੁਲ ਲੱਤਾਂ ਕੀ ਉਹਨੇ ਉਂਝ ਹੀ ਕਹਿਤਾ ਵੀ ਮੈਂ ਇਦਾਂ ਕਰ ਦੂੰ ਤਾਂ ਅਸੀਂ ਸਿਰ ਪੜਨ ਜਾਂਦੇ ਸਿਰ ਪੜਨ। ਉਹ ਫਾਦਰ ਆ। ਲੋਕੀ ਫਾਦਰ ਡੇ ਮਨਾਉਂਦੇ ਆ ਨਾ, ਫਾਦਰ ਡੇ ਮਨਾਓ, ਫਿਰ ਗੁਰੂ ਗੋਬਿੰਦ ਸਿੰਘ ਦਾ ਮਨਾ ਲਓ। ਨਹੀਂ ਉਹਨਾਂ ਨੂੰ ਚਲੋ ਉਹਨਾਂ ਨੂੰ ਵੀ ਯਾਦ ਕਰਨਾ ਚਾਹੀਦਾ, ਬਹੁਤ ਜ਼ਰੂਰੀ ਹੈ। ਹਾਂ ਬਿਲਕੁਲ। ਵੇਖੋ ਗੁਰੂ ਗੋਬਿੰਦ ਸਿੰਘ ਦਾ ਆਪਾਂ ਗੁਰਪੁਰਬ ਮਨਾਉਂਦੇ ਆ, ਠੀਕ ਹੈ ਜੀ। ਉਹਨਾਂ ਦੇ ਬੱਚਿਆਂ ਦੇ ਆਪਾਂ ਗੁਰਪੁਰਬ ਮਨਾਉਂਦੇ ਆ ਸਾਰੇ, ਆਪਾਂ ਸਾਰੇ ਗੁਰੂਆਂ ਦੇ ਗੁਰਪੁਰਬ ਮਨਾਉਂਦੇ ਆ। ਜਿਵੇਂ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਸਨ, ਸਿੱਖ ਧਰਮ ਦੇ ਫਾਦਰ ਸਨ। ਬਿਲਕੁਲ। ਸਿੰਘਾਂ ਦੇ ਜਿਹੜੇ ਫਾਦਰ ਨੇ ਉਹ ਗੁਰੂ ਗੋਬਿੰਦ ਸਿੰਘ ਹੋਏ, ਜਦ ਕਿ ਸਿੱਖ ਧਰਮ ਤੇ ਉਹੀ ਚੱਲਿਆ, ਲੇਕਿਨ ਸਿੱਖ ਤੋਂ ਸਿੰਘ ਉਹਨਾਂ ਨੇ ਸਿੰਘ ਬਣਾਇਆ। ਹੁਣ ਆਪਾਂ ਫਾਦਰ ਯਿਸੂ ਮਸੀਹ ਨੂੰ ਫਾਦਰ ਕਹਿੰਦੇ ਨੇ ਨਾ, ਇਹਨਾਂ ਬਣਾਤਾ। ਸਾਡੀ ਕੌਮ 'ਚ ਇੱਕ ਸਭ ਤੋਂ ਵੱਡੀ ਘਾਟ ਇਹ ਆ ਗਈ, ਜਿਹੜੀ ਉਹ ਘਾਟ ਇਹ ਆ ਗਈ ਵੀ ਆਪਾਂ ਉਹ ਚੀਜ਼ ਪ੍ਰੋਜੈਕਟ ਨਹੀਂ ਕਰ ਸਕਦੇ। ਜੇ ਯਿਸੂ ਮਸੀਹ ਉਹਨਾਂ ਲਈ ਸਵੀਕਾਰ ਆ, ਸਾਡੀ ਸਾਰੀ ਦੁਨੀਆ ਲਈ ਸਵੀਕਾਰ ਆ, ਫਾਦਰ ਆ ਉਹਨਾਂ ਦਾ। ਸਾਡਾ ਫਾਦਰ ਗੁਰੂ ਗੋਬਿੰਦ ਸਿੰਘ ਆ, ਸਾਡਾ ਫਾਦਰ ਗੁਰੂ ਨਾਨਕ ਦੇਵ ਹੈ। ਚਲੋ ਇਹ ਤਾਂ ਬੜੀ ਤੁਸੀਂ ਦਾਰਸ਼ਨਿਕ ਗੱਲ ਕੀਤੀ ਹੈ, ਫਿਲਾਸਫੀ ਵਾਲੀ ਗੱਲ। ਮੈਂ ਹੁਣ ਇੱਕ ਪਰਿਵਾਰ ਹੈ ਜੀ, ਪਰਿਵਾਰ ਦੇ ਵਿੱਚ ਬੱਚਿਆਂ ਨੂੰ ਚਾਹ ਹੁੰਦਾ ਕਿ ਫਾਦਰ ਡੇ ਆ ਤੇ ਅਸੀਂ ਉਹਨੂੰ ਕੋਈ ਗ੍ਰੀਟ ਕਰਨਾ, ਮੁਬਾਰਕ ਦੇਣੀ ਉਹਨੂੰ, ਉਹਨਾਂ ਨੂੰ ਕਹਿਣਾ ਕਿ ਚਲੋ ਹੋਰ ਕੁਛ ਨਾ ਸੀ ਤਾਂ ਆਈ ਲਵ ਯੂ ਤਾਂ ਹੈ ਹੀ ਨਾ, ਆਈ ਲਵ ਯੂ ਡੈਡ, ਆਈ ਲਵ ਯੂ ਮਮ ਜਿੱਦਾਂ ਕਹਿੰਦੇ, ਬਹੁਤ ਚੰਗੀ ਗੱਲ। ਹੁਣ ਦੋ ਪੱਖ ਹੈ ਜੀ, ਤੇ ਮੈਨੂੰ ਲੱਗਦਾ ਕਿ ਜਾਂਦੇ ਜਾਂਦੇ ਥੋੜੇ ਸਮੇਂ ਦੇ ਵਿੱਚ ਹੀ ਅਸੀਂ ਕਵਰ ਕਰ ਜਾਏਗੀ ਜੇ ਚੰਗੀ ਗੱਲ ਹੈ। ਫਾਦਰ ਡੇ ਨੂੰ ਫਾਦਰ ਕਿਵੇਂ ਸੈਲੀਬ੍ਰੇਟ ਕਰਨ ਤੇ ਉਹਨਾਂ ਦੇ ਬੱਚੇ ਕਿਵੇਂ ਕਰਨ? ਵੇਖੋ ਜੀ ਮੈਂ ਵੈਸੇ ਤੇ ਦੱਸਣ ਯੋਗ ਨਹੀਂਗਾ, ਪਰ ਦੱਸਣ ਯੋਗ ਹੈ ਵੀ ਆ ਕਿਉਂਕਿ ਮੈਂ ਫਾਦਰ ਵੀ ਹਾਂ ਤੇ ਮੇਰਾ ਫਾਦਰ ਸਾਹਿਬ ਵੀ ਹੈਗੇ ਨੇ। ਤੇ ਗਾਂ ਮਤਲਬ ਕਿ ਬੱਚਿਆਂ ਦੀ ਪੀੜ੍ਹੀ ਵੀ ਪਰਮਾਤਮਾ ਚਲੋ ਚੱਲੂਗੀ ਜਿਸ ਤਰੀਕੇ ਨਾਲ, ਦਾਦੇ ਵੀ ਬਣਨਾ, ਸਾਰਾ ਕੁਝ ਬਣਨਾ। ਇੱਕ ਸਭ ਤੋਂ ਵੱਡੀ ਦਰਸ਼ਕੋ ਗੱਲ ਇਹ ਹੁੰਦੀ ਆ ਕਿ ਫਾਦਰ ਡੇ ਨੂੰ ਕੋਸ਼ਿਸ਼ ਤੇ ਕਰੋ 365 ਦਿਨ ਸੈਲੀਬ੍ਰੇਟ ਕਰਨ ਦੀ। ਨਹੀਂ ਬੱਚਿਆਂ ਦੇ ਕਰਨ ਦੀ ਗੱਲ? ਹਾਂਜੀ ਬੱਚਿਆਂ ਦੀ। ਬੱਚੇ ਫਾਦਰ ਡੇ ਨੂੰ 365 ਹਰ ਰੋਜ਼ ਹੀ ਸੈਲੀਬ੍ਰੇਟ ਕਰਨ। ਉਹ ਇਸ ਤਰੀਕੇ ਨਾਲ ਵੀ ਕਿਤੇ ਉਹਨਾਂ ਨੂੰ ਦਰਦ ਹੁੰਦੀ ਆ, ਜਾਂ ਕਈ ਵਾਰ ਤੁਸੀਂ ਦੇਖੋ ਵੀ ਆਏ ਜੇ ਤਾਂ ਉਦਾਸ ਨੇ, ਜਾਂ ਕਈ ਵਾਰ ਤੁਸੀਂ ਇੱਕ ਚੀਜ਼ ਨੋਟ ਕਰਿਓ, ਬੂਹਾ ਖੜਕੇ ਕੁਛ ਹੋਵੇ, ਪਿਓ ਤੁਹਾਡੇ ਪੈਰਾਂ ਤੋਂ ਪਛਾਣ ਲੈਂਦਾ ਵੀ ਆ ਗਿਆ, ਕਹਿ ਦੂਗਾ ਉਹ ਫਲਾਣਾ ਆਇਆ ਜੀ, ਉਹ ਫਲਾਣਾ ਜੀ, ਕਿਉਂਕਿ ਇੱਥੋਂ ਦੀ ਤਾਂ ਮੈਨੂੰ ਇੰਨੀ ਜ਼ਿਆਦਾ ਅਜੇ ਨੌਲੇਜ ਨਹੀਂ, ਕਿਉਂਕਿ ਇੱਥੇ ਜ਼ਿਆਦਾ ਤੇ ਇੰਨੀ ਜ਼ਿਆਦਾ ਖਿੱਚ ਨਹੀਂ। ਲੋਕਾਂ ਇੰਡੀਆ 'ਚ ਗਲੀ 'ਚੋਂ ਪਛਾਣ ਕੇ ਦੱਸ ਦਿੰਦੇ ਵੀ ਲੈ ਫਲਾਣਾ ਆ ਗਿਆ, ਫਲਾਣਾ ਆ ਗਿਆ। ਮਾਵਾਂ ਦੱਸ ਦਿੰਦੀਆਂ ਨੇ, ਪਿਓ ਦੱਸ ਦਿੰਦੇ ਨੇ, ਦੋਨੇ ਪੇਰੈਂਟਸ ਮਾਂ ਪਿਓ ਦੋਨੇ ਜਿਹੜੇ ਨਾ ਉਹ ਇਸ ਗੱਲੋਂ ਧੰਨਤਾ ਦੇ ਯੋਗ ਹੈ। ਉਹਨਾਂ ਨੂੰ ਉਹ ਵੇਖੋ, ਉਹਨਾਂ ਨੂੰ ਤੁਸੀਂ ਪੜ੍ਹਨ ਦੀ ਕੋਸ਼ਿਸ਼ ਕਰੋ 365 ਦਿਨ। ਉਹ ਕੀ ਚਾਹੁੰਦੇ, ਉਦਾਸ ਹੈ ਤੇ ਕਿਉਂ ਦਾ, ਜੇ ਹੱਸਿਆ ਪਿਓ ਤੇ ਕਿਉਂ ਹੱਸਿਆ। ਬਿਲਕੁਲ ਬਿਲਕੁਲ। ਆਪਾਂ ਕੀ ਕਰਦੇ ਹਾਂ ਜੀ, ਇੱਕ ਦਿਨ ਸਾਰਾ ਕੁਝ ਸੈਲੀਬ੍ਰੇਟ ਕਰਕੇ 364 ਦਿਨ ਸਭ ਕੁਝ ਕਰ ਦਿੱਤਾ ਜੀ। ਮੈਂ ਕਹਿੰਦਾ ਵੀ ਕੁਛ ਨਾ ਕਰੋ, ਹੈਪੀ ਫਾਦਰ ਡੇ ਕਹੋ, ਨਾ ਹੈਪੀ ਫਾਦਰ ਡੇ ਕਹੋ, ਨਾ ਕੇਕ ਕੱਟੋ, ਨਾ ਕੁਝ। 365 ਦਿਨ ਇਸ ਗੱਲ ਦਾ ਖਿਆਲ ਰੱਖੋ ਵੀ ਕੁਝ ਕੁ ਲੋੜਾਂ ਨੇ ਉਹਨਾਂ ਦੀਆਂ। ਥੋੜਾ ਤੇ ਲੋੜਾਂ 'ਚ ਬੜਾ ਫਰਕ ਹੁੰਦਾ। ਥੋੜਾ ਉਹ ਹੁੰਦੀਆਂ ਜਿਹੜੀਆਂ ਸਾਨੂੰ ਮਿਲਦੀਆਂ ਨਹੀਂ, ਉਹ ਥੋੜ ਹੋ ਗਈ। ਉਹਨਾਂ ਦੀਆਂ ਲੋੜਾਂ ਨੇ ਜਿਹੜੀਆਂ ਬਹੁਤ ਜ਼ਰੂਰੀ ਲੋੜਾਂ, ਬੇਸਿਕ ਲੋੜਾਂ, ਉਹਨਾਂ ਦਾ ਘੱਟੋ ਘੱਟ ਜ਼ਰੂਰ ਖਿਆਲ ਰੱਖੋ। ਉਹ ਅਸਲੀ ਫਾਦਰ ਡੇ ਆ। ਮੈਂ ਐਜ ਏ ਫਾਦਰ, ਹੁਣ ਐਜ ਏ ਫਾਦਰ ਤੁਸੀਂ ਕਿਵੇਂ ਮਨਾਉਣਾ? ਐਜ ਏ ਫਾਦਰ ਤੁਸੀਂ ਉਹ ਪਿਓ ਨਾ ਆਪਣੇ ਆਪ ਨੂੰ ਸਿੱਧ ਕਰੋ ਕਿ ਮੈਂ ਪਿਓ ਹਾਂ। ਕਿਉਂਕਿ ਪਿਓ ਦੀਆਂ 3 ਸਟੇਜਾਂ ਨੇ। ਜਦੋਂ ਬੱਚਾ ਉਦੋਂ ਤੁਸੀਂ ਪਿਓ ਜੇ। ਜਦੋਂ ਬੱਚਾ ਟੀਨੇਜਰ ਹੋ ਗਿਆ ਉਹਦੇ ਫਰੈਂਡ ਬਣਨ ਦੀ ਕੋਸ਼ਿਸ਼ ਕਰੋ। ਜਦੋਂ ਬੱਚਾ ਆਪ ਬਰਾਬਰ ਹੋ ਗਿਆ ਉਦੋਂ ਕੋਸ਼ਿਸ਼ ਕਰੋ ਕਿ ਜੋ ਉਹ ਕਹਿੰਦਾ ਉਹ ਵੀ ਸਹੀ ਆ, ਜੋ
ਤੁਸੀਂ ਕਹਿੰਦੇ ਜੀ ਉਹ ਵੀ ਸਹੀ ਹੈ, ਲੇਕਿਨ ਉਹਦਾ ਸਹੀ ਉਹਦੇ ਤੱਕ ਸਹੀ ਰਹਿਣ ਦਿਓ, ਉਹਦੇ ਤੇ ਆਪਣੇ ਸਹੀ ਨੂੰ ਨਾ ਚਾੜੀ ਜਾਓ। ਨਾ ਕਰੋ। ਫਾਦਰ ਡੇ ਦਾ ਮਤਲਬ ਇਹ ਹੈ ਵੀ ਜੇ ਤੁਸੀਂ ਫਾਦਰ ਫਿਗਰ, ਗੋਡ ਫਾਦਰ ਬਿਲਕੁਲ, ਜਿਹੜਾ ਤੁਹਾਨੂੰ ਫਿਲਮਾਂ 'ਚ ਲੈ ਕੇ ਆਇਆ, ਤੇ ਫਾਦਰ ਫਿਗਰ ਵੀ ਪਿਓ ਵਰਗਾ, ਜਿਵੇਂ ਸੁਖਬੀਰ ਬਾਦਲ ਜੀ ਅਕਸਰ ਕਹਿ ਦਿੰਦੇ ਮੇਰੇ ਪਿਓ ਦਾ ਸਮਾਨ। ਉਹ ਤਾਂ ਕਹਿੰਦਾ ਹੀ ਪ੍ਰਕਾਸ਼ ਸਿੰਘ ਬਾਦਲ ਮੇਰੇ ਪਿਤਾ ਸਮਾਨ ਆ ਵੀ ਫਾਦਰ ਫਿਗਰ ਹੋਏ ਨਾ, ਕਿਉਂਕਿ ਪੋਲਿਟਿਕਸ 'ਚ ਲੈ ਕੇ ਆਏ। ਉਹ ਗੱਲ ਦੂਜੇ ਤਰੀਕੇ ਨਾਲ ਕਹਿੰਦੇ, ਲੋਕੀ ਗਲਤ ਮਤਲਬ ਕਰ ਲਈ ਤੇ ਉਹ ਵਿਚਾਰਾ ਕੀ ਕਰੇ। ਮੈਂ ਦੋ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੁੰਦਾ ਜੀ, ਮੇਰੀ ਪਰਸਨਲ ਲਾਈਫ ਨਾਲ ਰਿਲੇਟਡ ਕਈ ਗੱਲਾਂ। ਇੱਕ ਤਾਂ ਤੁਸੀਂ ਗੱਲ ਕੀਤੀ ਸੀਗੀ ਕਿ ਫਾਦਰ ਤੇ ਮਦਰ ਦੋ ਇਹੋ ਜਿਹੇ ਪ੍ਰਾਣੀ ਆ ਇਸ ਸੰਸਾਰ ਦੇ ਵਿੱਚ, ਜਿਹੜੇ ਬੱਚਿਆਂ ਦੀ ਹਰ ਗੱਲ ਨੂੰ ਜਿਹੜੇ ਬਹੁਤ ਮਨਿਊਟਲੀ ਦੇਖਦੇ ਆ, ਵਾਚ ਕਰਦੇ ਆ, ਔਰ ਉਹਨਾਂ ਨੂੰ ਝੱਟ ਪਤਾ ਲੱਗ ਜਾਂਦਾ ਜਦੋਂ ਤੁਸੀਂ ਘਰ 'ਚ ਪੈਰ ਪਾਉਂਦੇ ਹੋ। ਮੇਰੇ ਬਾਬਾ ਜੀ ਦੀ ਮੈਂ ਗੱਲ ਕਰੂੰਗਾ ਜੀ। ਮੇਰੇ ਬਾਬਾ ਜੀ ਅਖੀਰਲੀ ਉਮਰ ਦੇ ਵਿੱਚ ਨਾ ਤਾਂ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਸੀ ਤੇ ਨਾ ਕੰਨਾਂ ਦੇ ਤੋਂ ਪੂਰਾ ਉਹਨਾਂ ਨੂੰ ਸੁਣਦਾ ਸੀ। ਠੀਕ ਹੈ ਜੀ। ਕਈ ਵਾਰੀ ਉਹਨਾਂ ਨੂੰ ਬਹੁਤ ਹੌਲੀ ਗੱਲ ਕੀਤੀ, ਝੱਟ ਸੁਣ ਜਾਣੀ, ਕਈ ਵਾਰੀ ਉੱਚੀ ਬੋਲਿਆ ਵੀ ਨਹੀਂ ਸੀ ਪਤਾ ਲੱਗਦਾ। ਬਿਲਕੁਲ ਇਦਾਂ ਦੀ ਬਣਤਰ ਬਣ ਜਾਂਦੀ ਹੈਗੀ ਹੈ। ਇਹ ਬੁਢਾਪੇ ਦਾ ਇੱਕ ਨਿਸ਼ਾਨੀ ਹੈ। ਮੈਂ ਆਪਣੇ ਬੈਂਕ ਤੋਂ ਲੇਟ ਆਉਂਦਾ ਹੁੰਦਾ ਸੀਗਾ ਜੀ। ਜਦੋਂ ਮੈਂ ਆ ਕੇ ਅੰਦਰ ਵੜਨਾ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਸੀਗਾ ਵੀ ਮੈਂ ਆ ਗਿਆ। ਉਹਨਾਂ ਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਇਹ ਟਾਈਮ ਜਿਹੜਾ ਵਾ ਉਹ ਕਿਹੜਾ, ਇਹ ਸ਼ਾਮ ਦੇ 5 ਵਜੇ ਤੇ ਰਾਤ ਦੇ 10 ਵਜੇ, ਇਹ ਨਹੀਂ ਸੀ ਪਤਾ ਲੱਗਦਾ ਹੁੰਦਾ। ਤੇ ਉਹਨਾਂ ਨੇ ਮਤਲਬ ਕਹਿਣਾ, ਉਹ ਕੁੜੀਓ ਚਾਹ ਚੂ ਬਣਾਓ ਬਈ। ਹੁਣ ਉਹ ਟਾਈਮ ਤਾਂ ਕਹਿ ਲਓ ਵੀ ਡਿਨਰ ਕਰਨ ਦਾ ਜਾਂ ਫਿਰ ਸੌਣ ਦਾ ਹੀ ਹੈ। ਠੀਕ ਹੈ ਜੀ। ਉਹ ਪੈਰਾਂ ਦੀ ਬਿੜਕ ਸੁਣ ਕੇ, ਆਵਾਜ਼ ਸੁਣ ਕੇ ਹੀ ਅੰਦਾਜ਼ਾ ਲਾ ਲੈਂਦੇ ਸੀ ਤੇ ਘਰ ਦੇ ਬਾਕੀ ਜੀਆਂ ਨੂੰ ਕਹਿ ਦਿੰਦੇ ਸੀਗੇ ਕਿ ਚਾਹ ਬਣਾਓ। ਠੀਕ ਹੈ ਜੀ। ਫਿਰ ਮੈਂ ਪੁੱਛ ਲੈਣਾ, ਅਸੀਂ ਬਾਬਾ ਜੀ ਨੂੰ ਆਪਦੇ ਨੂੰ ਬਾਈ ਜੀ ਕਹਿੰਦੇ ਸੀਗੇ, ਕਿਉਂਕਿ ਉਹਨਾਂ ਦੀਆਂ ਭੈਣਾਂ ਬਾਈ ਜੀ ਕਹਿੰਦੀਆਂ, ਭਰਾ ਨੂੰ ਬਾਈ ਕਹਿੰਦਾ ਹੈਗਾ। ਤੇ ਮੈਂ ਪੁੱਛਣਾ, ਬਾਈ ਜੀ ਤੁਸੀਂ ਚਾਹ ਪੀਣੀ? ਬਈ ਤੂੰ ਪੀ, ਮੈਂ ਕਹਿੰਦਾ ਮੈਂ ਵੀ ਪੀ ਲੂੰਗਾ। ਏਦਾਂ ਦੀ ਗੱਲ। ਦੂਸਰੀ ਗੱਲ ਮੈਂ ਤੁਹਾਨੂੰ ਇੱਕ ਦੱਸਣੀ ਚਾਹੁੰਦਾ, ਅਸੀਂ ਜਦੋਂ ਹੱਥ ਮਿਲਾਉਂਦੇ ਇੱਕ ਦੂਜੇ ਨਾਲ, ਹੱਥ ਮਿਲਾਉਣ ਦੇ ਪਿੱਛੇ ਇੱਕ ਵਿਗਿਆਨਕ ਕਾਰਨ ਹੈ। ਵਿਗਿਆਨਕ ਕਾਰਨ ਕੀ ਹੈ? ਤੁਸੀਂ ਜਦੋਂ ਦੂਜੇ ਦਾ ਹੱਥ ਸਪਰਸ਼ ਕਰਦੇ ਆ, ਹੱਥ ਛੂੰਹਦੇ ਹੋ, ਤੁਹਾਨੂੰ ਉਹਦੇ ਵਿੱਚ ਇੱਕ એનર્ਜੀ ਆਉਂਦੀ ਹੈ। ਬਿਲਕੁਲ, ਭਾਵਨਾਵਾਂ ਟ੍ਰਾਂਸਫਰ ਹੁੰਦੀਆਂ। ਠੀਕ ਹੈ ਜੀ। ਹੁਣ ਜਦੋਂ ਤੁਸੀਂ ਕਿਸੇ ਨੂੰ, ਫਾਦਰ ਦੀ ਗੱਲ, ਜੇ ਕਿਤੇ ਫਾਦਰ ਦਾ ਹੱਥ ਘੁੱਟ ਕੇ ਆਪਦੇ ਹੱਥ ਦੇ ਵਿੱਚ ਏਦਾਂ ਕਰੋ, ਜਾਂ ਆਪਦਾ ਹੱਥ ਫਾਦਰ ਦੇ ਹੱਥ, ਤੁਸੀਂ ਦੇਖੋਗੇ ਝੁਰੜੀਆਂ ਪਈਆਂ ਹੋਈਆਂ, ਕਮਜ਼ੋਰ ਹੋਇਆ ਹੋਇਆ, ਪਰ ਤੁਹਾਨੂੰ ਹੱਥ ਫੜ ਕੇ ਦੇਖੋ ਫਾਦਰ ਦਾ, ਇੱਕਦਮ ਤੁਹਾਨੂੰ એનર્ਜੀ ਆਊਗੀ। ਬਿਲਕੁਲ, ਤੁਹਾਡੇ ਅੰਦਰ ਇੱਕ ਸੋਚ ਹੀ ਤੁਹਾਡੀ ਬਦਲ ਜਾਊਗੀ। ਬਿਲਕੁਲ ਜੀ, ਬਿਲਕੁਲ। ਅੱਜ ਦੇ ਦਿਨ ਏਦਾਂ ਕਰ ਲੈਣਾ ਚਾਹੀਦਾ। ਫਾਦਰ ਡੇ ਨੂੰ ਸੈਲੀਬ੍ਰੇਟ ਏਦਾਂ ਕਰ ਲਓ, ਜਿਨ੍ਹਾਂ ਦੇ ਫਾਦਰ ਹੈਗੇ ਆ ਉਹਨਾਂ ਨੂੰ ਇਹ ਮੌਕਾ, ਸੁਨਹਿਰੀ ਮੌਕਾ, ਕਿ ਉਹ ਆਪਦੇ ਪਿਤਾ ਦਾ ਹੱਥ ਫੜ ਕੇ ਵੇਖਣ ਕਿ ਉਹਦੇ ਅੰਦਰ ਕਿੰਨੀ ਹਿੰਮਤ, ਕਿੰਨੀ ਤਾਕਤ, ਕਿੰਨੀ એનર્ਜੀ ਹੈ ਜਿਹੜੀ ਤੁਹਾਨੂੰ ਟ੍ਰਾਂਸਫਰ ਹੋਣੀ ਹੈ। ਮੈਂ ਜਾਂਦੇ ਜਾਂਦੇ ਉਹ ਤੁਹਾਨੂੰ ਦੱਸਦਾ, ਤੁਸੀਂ ਕਹਿੰਦੇ ਕਿ ਉਹਦੇ ਪਤਾ ਲੱਗ ਜਾਂਦੇ ਸੀ। ਵੇਖੋ, ਸਾਡੀ ਸਾਰੀ ਪੰਜਾਬੀ ਸੱਭਿਆਚਾਰ ਹਰ ਚੀਜ਼ ਉਸੇ ਚੀਜ਼ ਤੇ ਬੇਸ ਹੈ। ਕੌਣ ਪਰਾਉਣਾ ਆਇਆ ਨਹੀਂ, ਫੁੱਲ ਖਿੜ ਗਏ ਨੇ। ਹਾਂ, ਬਿਲਕੁਲ ਬਿਲਕੁਲ। ਪਤਾ ਲੱਗ ਜਾਂਦਾ, ਦਿਲ 'ਚੋਂ ਫੁੱਲ ਖਿੜ ਜਾਂਦੇ ਨੇ, ਉਹ ਦਿਲ ਦੱਸਦਾ ਆ, ਤੇ ਦਿਲ ਦੀਆਂ ਭਾਵਨਾਵਾਂ ਨੇ। ਚਲੋ ਬਾਕੀ ਅਗਲੀ ਵਾਰ ਦਰਸ਼ਕਾਂ ਨਾਲ ਗੱਲਾਂ ਬਾਤਾਂ। ਮਿਹਰਬਾਨੀ ਬਰਸਾ ਤੁਹਾਡੀ, ਪੰਜਾਬੀ ਸੱਤ ਪ੍ਰੋਗਰਾਮ ਵਿੱਚ ਤੁਸੀਂ ਬਹਿਜਾ ਕਰਾਉਂਦੇ ਹੋ। ਨਹੀਂ, ਵਨਸਵਨੀਆਂ ਕਵਿਤਾਵਾਂ ਲੈ ਕੇ ਆਉਂਦੇ ਹੋ, ਸੁਣਦੇ ਆ, ਸ਼ੇਅਰ ਕਰਦੇ ਆ। ਅਖੀਰ ਵਿੱਚ ਤੁਹਾਨੂੰ ਵੀ ਤੇ ਸਾਰੇ ਫਾਦਰਸ ਨੂੰ ਹੈਪੀ ਫਾਦਰਸ ਡੇ। ਥੈਂਕ ਯੂ।